ਉਹ ਸੜਕਾਂ ਉੱਤੇ ਧਰਨੇ ਲੱਗ ਗਏ, ਹੱਥ ਪੈਣਗੇ ਪੱਗਾਂ ਨੂੰ। ਹੁਣ ਨਾ ਜੱਟਾ ਦਬਾ ਕੇ ਬਹਿ ਜਾਈ ਸੀਨੇ ਬਲਦੀਆਂ ਅੱਗਾਂ ਨੂੰ। ਐਤਕੀ ਲਾਂਬੂ ਲਾ ਦੇਣਾ ਏ ਸਰਕਾਰੀ ਠੱਗਾਂ ਨੂੰ। ਬਣ ਕੇ ਸਾਧਨਾ ਸਰਨਾ ਏ ਹੁਣ ਦੌਰ ਚੱਲੇ ਬਦਮਾਸ਼ੀ ਦਾ। ਓਏ ਬਾਰ-ਬਾਰ ਇਹ ਯਾਦ ਕਰਾਉਂਦੇ ਸਾਨੂੰ ਦੌਰ 84 ਦਾ। ਬਾਰ-ਬਾਰ ਇਹ ਯਾਦ ਕਰਾਉਂਦੇ ਸਾਨੂੰ ਦੌਰ 84 ਦਾ। ਘੰਟੀ ਤਾਂ ਉਦੋਂ ਖੜਕ ਗਈ ਸੀ ਜਿੱਦਣ ਮੋਦੀ ਸਾਹਿਬ ਪੰਜਾਬੀ 'ਚ ਟਵੀਟ ਕਰਨ ਲੱਗੇ ਸੀ। ਅੱਜ ਘੰਟੀ ਉਹ ਖੜਕੂਗੀ, ਇਹ ਗੋਡਿਆਂ ਤੇ ਆ ਜਾਣਗੇ ਹੁਣ ਆਉਣ ਵਾਲੇ ਸਮੇਂ 'ਚ। ਅੱਜ ਤਾਂ ਬਿਗਲ ਯੂਥ ਦਾ ਅਸਲੀ ਅੱਜ ਵੱਜਿਆ। बीजेपी ਦੇ ਅੰਤ ਦੀ ਸ਼ੁਰੂਆਤ ਹੈ, ਇਹ ਮੋਦੀ ਦਾ ਅੰਤ ਦੀ ਸ਼ੁਰੂਆਤ ਹੈ। ਸਾਡੇ ਮਾਲਕਾਂ ਨੂੰ, ਕਿਸਾਨਾਂ ਨੂੰ ਦੁਬਾਰਾ ਫਿਰ ਮੋਦੀ ਗਵਰਨਮੈਂਟ ਜਿਹੜੀ ਹੈ ਕਾਰਪੋਰੇਟ ਘਰਾਣਿਆਂ ਦੇ ਨੌਕਰ ਬਣਾਉਣ ਤੇ ਤੁਰੀ ਹੋਈ ਹੈ ਕਿ ਇਹਨਾਂ ਧਰਨਿਆਂ ਨੂੰ ਹੁਣ ਵੇਚ ਨਾ ਜਾਇਓ। ਤੁਹਾਡੇ ਸਿਰ ਬਹੁਤ ਵੱਡੀ ਜ਼ਿੰਮੇਵਾਰੀ ਆ ਗਈ ਹੈ। ਜਦੋਂ ਵੱਡੇ ਇਕੱਠ ਹੋ ਜਾਣ ਤਾਂ ਫੀਲਿੰਗ ਨਾ ਲਾਓ ਸਾਡੇ ਮਗਰ। ਲੋਕ ਕਿਸਾਨੀ ਦੇ ਮਸਲੇ ਤੇ ਨੇ, ਤੁਸੀਂ ਵੇਚਿਓ ਨਾ, ਗਦਾਰੀ ਨਾ ਕਰਿਓ। देखो यूथ का बरूद का एक खतरा तो बनया ही रहिंदा, पर कोई भी लड़ाई अज की तरीक दे विच बिना बरूद तो जित्ती नहीं जा सकती। ਅਸੀਂ ਇਹ ਜਿੱਤਣ ਵਾਸਤੇ ਖੜੇ ਆ, ਜਿੱਤਣ ਵਾਸਤੇ ਲੜ ਰਹੇ ਹਾਂ। ਜਦੋਂ ਜਵਾਨੀ ਜਾਗ ਪੈਂਦੀ ਆ, ਜੋ ਨੌਜਵਾਨ ਜਾਗ ਪੈਂਦਾ, ਉਦੋਂ ਕੋਈ ਵੀ ਯੁੱਧ ਜਿੱਤਣਾ ਨਾਮੁਮਕਿਨ ਨਹੀਂ ਹੁੰਦਾ। ਦੇਖੋ ਜੀ, ਇਹ ਨਜ਼ਰੀਆ ਤਾਂ ਸਿਆਸਤਦਾਨਾਂ ਜਾਂ ਸਰਕਾਰਾਂ ਦਾ ਜਾਂ ਲੀਡਰਾਂ ਦਾ ਹੁੰਦਾ। ਸਾਡਾ ਇੱਕੋ ਹੀ ਨਜ਼ਰੀਆ ਜੀ, ਮਨੁੱਖਤਾ ਦਾ ਤੇ ਸੇਵਾ ਦਾ। ਬੁਣਿਆ ਨਹੀਂ ਜਾਣਾ ਤੇ ਤਾਣਾ ਜਿਹੜਾ ਤੂੰ ਢੇੜ ਲਿਆ। ਕਹੀਏ ਤੇ ਕਸੀਏ ਛੱਡ ਲੈ ਤੇ ਗਾਂ ਹੱਥ ਖੜ ਜਾਾਂਗੇ। ਸੋਚੀ ਨਾ ਕਿਧਰੇ ਦਲੀਏ ਤੇਰੇ ਤੋਂ ਡਰ ਜਾਾਂਗੇ। ਸੋਚੀ ਨਾ ਕਿਧਰੇ ਦਲੀਏ ਤੇਰੇ ਤੋਂ ਡਰ ਜਾਾਂਗੇ। ਰੋਜ਼ਾਨਾ ਸਪੋਕਸਮੈਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਦੋਸਤੋ, ਪੰਜਾਬ ਦੇ ਵਿੱਚ ਕਿਸਾਨੀ ਇਸ ਵਕਤ ਸੜਕਾਂ ਤੇ ਹੈ। ਖੇਤੀਬਾੜੀ ਆਰਡੀਨੈਂਸਾਂ ਨੂੰ ਲੈ ਕੇ ਜਿਹੜੇ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਪਾਸ ਹੋ ਚੁੱਕੇ, ਇਹਨਾਂ ਨੂੰ ਲੈ ਕੇ ਵਿਰੋਧ ਲਗਾਤਾਰ ਜਾਰੀ ਹੈ। ਇੱਕ ਵਾਰ ਤਸਵੀਰਾਂ ਤੁਹਾਨੂੰ ਦਿਖਾਉਂਦੇ ਹਾਂ, ਸ਼ੰਭੂ ਬਾਰਡਰ ਤੇ ਖੜੇ ਹਾਂ। ਬਹੁਤ ਸਾਰੇ ਕਲਾਕਾਰ ਇੱਥੇ ਪਹੁੰਚੇ ਹੋਏ ਨੇ। ਇੱਧਰਲੇ ਪਾਸੇ ਇੱਕ ਵੱਡਾ ਇਕੱਠ ਜਿਹੜਾ ਇਸ ਵੇਲੇ ਤੁਸੀਂ ਕੈਮਰੇ ਦੀ ਨਜ਼ਰ ਨਾਲ ਦੇਖ ਸਕੋਗੇ ਤਾਂ ਵੱਡੀ ਗਿਣਤੀ ਦੇ ਵਿੱਚ ਯੂਥ ਜਿਹੜਾ ਇੱਥੇ ਪਹੁੰਚ ਚੁੱਕਾ ਹੈ। ਬਹੁਤ ਸਾਰੇ ਕਲਾਕਾਰ ਫਿਲਮ ਜਗਤ ਦੇ, ਸਾਡੀ ਜਿਹੜੀ ਮਿਊਜ਼ਿਕ ਇੰਡਸਟਰੀ ਆ ਉਹਦੇ ਪਹੁੰਚ ਗਏ ਨੇ ਇੱਥੇ। ਜਿਨ੍ਹਾਂ ਦੀ ਗੱਲ ਕਰੀਏ ਤਾਂ ਤੁਹਾਨੂੰ ਦੱਸਦੀ, ਖਾਲਸਾ ਏਡ ਵੀ ਇੱਥੇ ਪਹੁੰਚੀ ਹੋਈ ਹੈ। ਉਹਨਾਂ ਦੇ ਵੱਲੋਂ ਲੰਗਰਾਂ ਦਾ ਪ੍ਰਬੰਧ ਹੈ ਇੱਥੇ, ਤਾਂ ਜੋ ਜਿਹੜੇ ਕਿਸਾਨਾਂ ਦੇ ਹੱਕ ਦੇ ਵਿੱਚ ਸੰਘਰਸ਼ ਕੀਤਾ ਜਾ ਰਿਹਾ ਉਹਨਾਂ ਨੂੰ ਸਮਰਥਨ ਦਿੱਤਾ ਜਾਵੇ ਕਿਸੇ ਨਾ ਕਿਸੇ ਤਰੀਕੇ। ਇਸ ਵਕਤ ਤੁਸੀਂ ਦੇਖ ਰਹੇ ਹੋ ਵੱਖ-ਵੱਖ ਬੁਲਾਰੇ ਜਿਹੜੇ ਨੇ ਇਸ ਸੰਘਰਸ਼ ਦੇ ਵਿੱਚ ਜਿਹੜੇ ਪਹੁੰਚੇ ਹੋਏ ਨੇ, ਉਹ ਵਾਰ-ਵਾਰ ਆਪਣੇ ਇੱਥੇ ਪਹੁੰਚੀ ਹੋਈ ਸੰਗਤ, ਪਹੁੰਚੇ ਹੋਏ ਨੌਜਵਾਨਾਂ ਨੂੰ ਸੰਬੋਧਨ ਕਰ ਰਹੇ ਨੇ। ਸਭ ਤੋਂ ਵੱਡੀ ਗੱਲ ਦੱਸੀਏ ਤਾਂ ਇੱਥੇ ਜਿਹੜੇ ਕਲਾਕਾਰਾਂ ਦੇ ਵਿੱਚ ਦੀਪ ਸਿੱਧੂ ਪਹੁੰਚੇ ਹੋਏ ਨੇ, ਲੱਖਾ ਸਦਾਣਾ ਪਹੁੰਚੇ ਹੋਏ ਨੇ, ਪ੍ਰੀਤ ਹਰਪਾਲ ਪਹੁੰਚੇ ਹੋਏ ਨੇ, ਐਡਵੋਕੇਟ ਕਈ ਪਹੁੰਚੇ ਹੋਏ ਨੇ, ਕਈ ਹੋਰ ਯੂਥ ਜਿਹੜਾ ਆ ਭਾਈ ਹਰਜਿੰਦਰ ਸਿੰਘ ਮਾਝੀ ਪਹੁੰਚੇ ਹੋਏ ਨੇ। ਬਹੁਤ ਸਾਰੇ ਕਲਾਕਾਰ ਤੇ ਧਾਰਮਿਕ ਆਗੂ ਜਿਹੜੇ ਪਹੁੰਚੇ ਹੋਏ ਨੇ। ਨਿਰੋਲ ਧਰਨਾ ਲਾਇਆ ਜਾ ਰਿਹਾ ਸਿਆਸਤ ਤੋਂ ਪਰੇ ਤੇ ਕਿਸਾਨਾਂ ਦੇ ਹੱਕ ਦੇ ਵਿੱਚ। ਵੱਡੀ ਗਿਣਤੀ ਦੇ ਵਿੱਚ ਯੂਥ ਪਹੁੰਚਿਆ, ਵੱਖ-ਵੱਖ ਆਗੂ ਜਿਹੜੇ ਪਹੁੰਚੇ ਨੇ, ਹਿੰਮਤ ਸੰਧੂ ਪਹੁੰਚੇ ਨੇ, ਵੱਖ-ਵੱਖ ਜਿਹੜੇ ਕਲਾਕਾਰ ਪਹੁੰਚੇ ਨੇ, ਉਹਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ। ਭਾਜੀ, ਕਿਵੇਂ ਦੇਖਦੇ ਹੋ ਕਿਸਾਨਾਂ ਦੇ ਹੱਕ ਦੇ ਲਈ ਹੁਣ ਯੂਥ ਨੂੰ ਸੜਕਾਂ ਤੇ ਆਉਣਾ ਪੈ ਗਿਆ? ਇਹ ਸੰਘਰਸ਼ ਕੀ ਰਾਹ ਅਪਣਾਊਗਾ? ਨਹੀਂ, ਸੰਘਰਸ਼ ਭਾਜੀ, ਇਹਦਾ ਸੰਘਰਸ਼ ਦੀ ਹਾਲੇ ਸ਼ੁਰੂਆਤ ਹੈ। ਕਿਉਂਕਿ ਮੋਦੀ ਨਾਲ ਮੱਥਾ ਲੱਗਿਆ ਜਿਹੜਾ ਸਿਰੇ ਦਾ ਢੀਠ ਹੈ, ਉਸ ਢੀਠ ਨੂੰ ਸਮਝਾਉਣ ਦੇ ਲਈ ਇਹ ਨਹੀਂ ਕਿ ਅੱਜ ਦੇ ਮੁਜ਼ਾਹਰੇ ਨਾਲ ਕੁਝ ਹੋ ਜਾਣਾ। ਇਹ ਮੁਜ਼ਾਹਰੇ ਤਾਂ ਹਫ਼ਤੇ ਮਹੀਨੇ ਵੀ ਲੱਗ ਸਕਦੇ ਆ, ਲੇਕਿਨ ਲੜਾਈ ਲੰਬੀ ਹੈ। ਔਰ ਲੇਕਿਨ ਇਹੀ ਲੜਾਈ ਬੀਜੇਪੀ ਦੇ ਅੰਤ ਦੀ ਸ਼ੁਰੂਆਤ ਹੈ। ਇਹ ਮੋਦੀ ਦਾ ਅੰਤ ਦੀ ਸ਼ੁਰੂਆਤ ਹੈ। ਇਹ ਮੁਹਿੰਮ ਇਹਦੇ ਨਾਲ ਪਹਿਲਾਂ ਬਜ਼ੁਰਗਾਂ ਤੋਂ ਸ਼ੁਰੂ ਹੋਇਆ, ਲੇਕਿਨ ਫਿਰ ਹੁਣ ਤੁਸੀਂ ਦੇਖ ਹੀ ਰਹੇ ਹੋ ਇਹ 'ਚ ਬਜ਼ੁਰਗ ਘੱਟ ਨੇ ਤੇ ਯੂਥ ਜ਼ਿਆਦਾ। ਇਹੀ ਹਾਲ ਹਰਿਆਣੇ 'ਚ ਸ਼ੁਰੂ ਹੋ ਗਿਆ, ਇਹੀ ਹਾਲ ਸਾਡੇ ਪੂਰੇ ਦੇਸ਼ 'ਚ ਸ਼ੁਰੂ ਹੋ ਗਿਆ। ਇਹ ਬੀਜੇਪੀ ਦੇ ਅੰਤ ਦੀ ਸ਼ੁਰੂਆਤ ਹੈ। ਇਹ ਮੋਦੀ ਦੇ ਰਾਜ ਦੇ ਵਿੱਚ ਪਿਛਲੇ 6.5 ਸਾਲਾਂ ਦੇ ਵਿੱਚ ਸਭ ਤੋਂ ਵੱਡੀ ਮੁਹਿੰਮ ਬਣ ਚੁੱਕੀ ਹੈ। ਸਭ ਤੋਂ ਵੱਡੀ ਮੁਹਿੰਮ ਹੈ ਔਰ ਇਹ ਮੋਦੀ ਦੇ ਰਾਜ ਦਾ ਅੰਤ ਹੈ। ਸਰ, ਤੁਹਾਡੇ ਹਿਸਾਬ ਨਾਲ ਇਹ ਜਿਹੜੇ ਆਰਡੀਨੈਂਸ ਨੇ ਕੀ ਸਮਝ ਕੇ, ਕੀ ਸੋਚ ਕੇ ਉਲੀਕੇ ਗਏ ਨੇ? ਨਹੀਂ, ਇਹ ਤਾਂ ਸਿਰਫ ਆਪਣੇ ਜਿਹੜੇ ਉਹਨਾਂ ਦੇ ਆਕੂ ਨੇ, ਜਿਹੜੇ ਉਹਨਾਂ ਦੇ ਮਾਲਕ ਹੈਗੇ ਨੇ, ਜਿਹੜੇ ਅਡਾਨੀ ਔਰ ਰਿਲਾਇੰਸ ਵਰਗੇ, ਉਹਨਾਂ ਨੂੰ ਖੁਸ਼ ਕਰਨ ਲਈ ਹੈ। ਇਹ ਅਗਰ ਸਿੰਪਲ ਭਾਸ਼ਾ 'ਚ ਸਮਝਿਆ ਜਾਵੇ, ਆਰਡੀਨੈਂਸ ਬਹੁਤ ਥੋੜ੍ਹਾ ਮੁਸ਼ਕਿਲ ਜਿਹਾ ਹੁੰਦਾ, ਆਮ ਬੰਦੇ ਨੂੰ ਸਮਝ ਨਹੀਂ ਆਉਂਦਾ। ਬਹੁਤ ਸਾਰਾ ਸਟੱਡੀ ਕਰਨ ਤੋਂ ਬਾਅਦ ਸਾਨੂੰ ਸਮਝ ਆਇਆ ਸਿੰਪਲ ਭਾਸ਼ਾ 'ਚ ਬੋਲਣਾ ਹੋਵੇ ਤੇ ਇੱਕ ਮੁਕਾਬਲਾ ਕਰਵਾਤਾ ਗਿਆ। ਇੱਕ ਤਰਫ ਕਿਸਾਨ ਖੜਾ, ਇੱਕ ਤਰਫ ਰਿਲਾਇੰਸ ਖੜਾ, ਤੇ ਕਹਿਣ ਦੀ ਗੱਲ ਨਹੀਂ ਹੈ ਕਿ ਜਿੱਤੇਗਾ ਕੌਣ। ਉਹਨਾਂ ਕੋਲ ਦੁਨੀਆ ਦੇ ਰਈਸਾਂ ਦੇ ਵਿੱਚੋਂ ਨੇ, ਦੁਨੀਆ ਤੋਂ ਵੱਡੇ ਵਕੀਲ ਨੇ ਉਹਨਾਂ ਕੋਲ, ਤੇ ਕਿਸਾਨ ਨੂੰ ਲੜਨ ਦੇ ਲਈ
ਉਸ ਦੇ ਕੋਲ ਅਦਾਲਤ ਜਾਣ ਦੀ ਵੀ ਸਹੂਲੀਅਤ ਨਹੀਂ ਹੈਗੀ। ਹੁਣ ਉਹ ਵੀ ਉਹਦਾ ਕਾਨੂੰਨ ਦਾ ਰਸਤਾ ਵੀ ਬੰਦ ਕਰਤਾ। ਮੋਦੀ ਤਾਂ ਹੱਲੇ ਵੀ ਇਹ ਕਹਿ ਰਹੇ ਨੇ ਕਿ ਇਹ ਕਿਸਾਨਾਂ ਦੇ ਹੱਕ ਦੇ ਵਿੱਚ ਇਹ ਆਰਡੀਨੈਂਸ ਮੋਦੀ ਦਾ ਝੂਠ ਬੋਲਦਾ ਹੈ, ਮੋਦੀ ਦਾ ਝੂਠ ਬੋਲਦਾ ਹੈ। NRC ਦੇ ਵਿੱਚ ਵੀ ਬੋਲਿਆ ਗਿਆ ਕਿ ਮੁਸਲਮਾਨਾਂ ਦੇ ਖਿਲਾਫ ਨਹੀਂ ਹੈ, ਹਰ ਜਗ੍ਹਾ ਬੋਲਿਆ, ਲੇਕਿਨ ਉਹ ਮੁਸਲਮਾਨਾਂ ਦੇ ਖਿਲਾਫ ਹੀ ਨਿਕਲਿਆ। ਇਹ ਜਿਹੜਾ ਹੁਣ ਬੋਲਿਆ ਜਾ ਰਿਹਾ ਸਭ ਕੁਝ ਝੂਠ ਹੈ। ਇਹਦੇ ਵਿੱਚ ਕਿਸਾਨ ਮਰੇਗਾ ਹੀ ਮਰੇਗਾ। ਅੱਜ ਮੈਂ ਇੱਥੇ ਸੰਭੂ ਬਾਰਡਰ ਤੇ ਪਹੁੰਚਿਆ। ਜਿਹੜੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਈ ਬੜੇ ਤਰ੍ਹਾਂ ਦੇ ਸ਼ਬਦ ਵਰਤੇ ਜਾਂਦੇ ਸੀ, ਮਨ ਨੂੰ ਸਕੂਨ ਮਿਲਿਆ ਕਿ ਜਦੋਂ ਇਸ ਵੱਡੇ ਪੱਧਰ ਤੇ ਸਾਡੇ ਨੌਜਵਾਨ ਜਾਗ ਚੁੱਕੇ ਨੇ, ਜਾਗਰਤੀ ਆ ਚੁੱਕੀ ਹੈ ਆਪਣੇ ਹੱਕਾਂ ਪ੍ਰਤੀ। ਔਰ ਜਿੱਥੋਂ ਤੱਕ ਜਿਹੜਾ ਹੈਗਾ ਕੇਂਦਰ ਦੀ ਗੱਲ ਹੈ ਕਿ ਜਿਸ ਤਰ੍ਹਾਂ ਦੇ ਆਰਡੀਨੈਂਸ ਨੇ, ਮੈਂ ਸਮਝਦਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਜਿਹੜਾ ਹੱਕ ਦਿੱਤਾ ਸੀ ਅਸਲ ਕਿਰਤੀਆਂ ਨੂੰ, ਜ਼ਗੀਰਦਾਰ ਪ੍ਰਥਾ ਖਤਮ ਕਰਕੇ ਮੁਜ਼ਾਰਿਆਂ ਨੂੰ ਨੌਕਰ ਸਮਝੇ ਜਾਂਦੇ ਸੀ, ਉਹ ਮਾਲਕ ਬਣਾਏ ਸੀਗੇ ਜਿਹੜੇ ਜ਼ਮੀਨਾਂ ਦੇ, ਉਹ ਸਾਡੇ ਮਾਲਕਾਂ ਨੂੰ, ਕਿਸਾਨਾਂ ਨੂੰ ਦੁਬਾਰਾ ਫਿਰ ਮੋਦੀ ਗਵਰਨਮੈਂਟ ਜਿਹੜੀ ਹੈ ਕਾਰਪੋਰੇਟ ਘਰਾਣਿਆਂ ਦੇ ਨੌਕਰ ਬਣਾਉਣ ਤੇ ਤੁਰੀ ਹੋਈ ਹੈ। ਤਾਂ ਇਹਦੇ ਖਿਲਾਫ ਪੰਜਾਬ ਦਾ ਬੱਚਾ ਜਾਗ ਚੁੱਕਿਆ ਹੈ। ਇਹ ਕਾਲੇ ਕਾਨੂੰਨ ਕਿਸੇ ਵੀ ਹੱਦ ਤੱਕ ਜਾ ਕੇ ਜਿਹੜਾ ਲੋਕ ਵਿਰੋਧ ਕਰਨਗੇ। ਔਰ ਇਹ ਪੀਸਫੁਲੀ ਸੰਘਰਸ਼ ਨੇ, ਇਹ ਪੀਸਫੁਲੀ ਜਿਹੜੀ ਆਵਾਜ਼ ਹੈ ਇਹ ਸਰਕਾਰਾਂ ਨੂੰ ਸਮਝਣੀ ਚਾਹੀਦੀ ਹੈ, ਸੁਣਨੀ ਚਾਹੀਦੀ ਹੈ, ਨਹੀਂ ਤਾਂ ਇਹ ਸਮਾਜ ਲਈ ਤੇ ਦੇਸ਼ ਲਈ ਨੁਕਸਾਨਦਾਇਕ ਹੋਊਗਾ ਜੀ। ਮੈਂ ਸਾਰੇ ਆਗੂਆਂ ਨੂੰ ਕਹਿਣਾ ਚਾਹੁੰਦਾ ਕਿ ਐਡੇ ਵੱਡੇ ਇਕੱਠ ਨੇ, ਬੱਚਾ ਸੜਕਾਂ ਤੇ ਹੈ, ਜਿਹੜੇ ਆਗੂ ਨੇ, ਕਿਸਾਨ ਯੂਨੀਅਨਾਂ ਵਾਲੇ ਨੇ, ਦੂਜੇ ਨੇ, ਇਹ ਖਿਆਲ ਰੱਖਣ ਕਿ ਇਹਨਾਂ ਧਰਨਿਆਂ ਨੂੰ ਹੁਣ ਵੇਚ ਨਾ ਜਾਇਓ। ਤੁਹਾਡੇ ਸਿਰ ਬਹੁਤ ਵੱਡੀ ਜ਼ਿੰਮੇਵਾਰੀ ਆ ਗਈ ਹੈ। ਜਦੋਂ ਵੱਡੇ ਇਕੱਠ ਹੋ ਜਾਣ ਤਾਂ ਫੀਲਿੰਗ ਨਾ ਲਾਓ ਸਾਡੇ ਮਗਰ। ਲੋਕ ਕਿਸਾਨੀ ਦੇ ਮਸਲੇ ਤੇ ਨੇ, ਤੁਸੀਂ ਵੇਚਿਓ ਨਾ, ਗਦਾਰੀ ਨਾ ਕਰਿਓ। ਤੇ ਪੰਜਾਬ ਦਾ ਕੋਈ ਨੌਜਵਾਨ, ਕੋਈ ਬੰਦਾ, ਇਹ ਤਾਂ ਖੂਨ ਵਹਾਉਣ ਤੱਕ ਵੀ ਜਾਂਦੇ ਆ, ਪਿੱਛੇ ਨਹੀਂ ਹਟਦੇ। ਤਾਂ ਮਤਲਬ ਇਹ ਆਗੂਆਂ ਸਿਰ ਵੱਡੀ ਜ਼ਿੰਮੇਵਾਰੀ ਪੈ ਗਈ ਹੁਣ। ਤੇ ਨਾਲ ਮੈਂ ਕਹਿੰਦਾ ਕਿ ਜੇ ਆਨੰਦਪੁਰ ਦਾ ਮਤਾ ਲਾਗੂ ਹੋ ਜਾਂਦਾ ਤਾਂ ਸਾਨੂੰ ਇਸ ਤਰ੍ਹਾਂ ਦੇ ਧਰਨੇ ਲਾਉਣ ਦੀ ਲੋੜ ਨਾ ਪੈਂਦੀ। ਉਹ ਆਨੰਦਪੁਰ ਦੀਆਂ ਮਤੇ ਦੀਆਂ ਮੰਗਾਂ, ਕਿਸਾਨੀ ਵਾਲੀਆਂ ਮੰਗਾਂ ਜਿਹੜੀਆਂ ਪੰਜਾਬ ਦੇ ਪਾਣੀਆਂ ਦੀ ਗੱਲ ਸੀਗੀ, ਪੰਜਾਬ ਦੀ ਜਿਹੜੀ ਫਸਲ ਹੈ ਉਹਦਾ ਰੇਟ ਪੰਜਾਬ ਸਰਕਾਰ ਨਿਸ਼ਚਿਤ ਕਰੂ, ਫੈਡਰਲ ਢਾਂਚੇ ਨੂੰ ਮਜ਼ਬੂਤ ਕਰਨ ਦੀ ਗੱਲ ਸੀ। ਤਾਂ ਉਸ ਗੱਲ ਦੇ ਉੱਤੇ ਸਾਨੂੰ ਮਤਲਬ ਡਟ ਕੇ ਪਹਿਰਾ ਦਿੱਤਾ ਜਿਨ੍ਹਾਂ ਨੇ, ਉਹਨਾਂ ਨੂੰ ਅੱਤਵਾਦੀ, ਵੱਖਵਾਦੀ ਕਹਿ ਕੇ ਪ੍ਰਚਾਰਿਆ ਗਿਆ। ਅੱਜ ਉਹ ਸਾਰੇ ਸ਼ਹੀਦਾਂ ਨੂੰ ਵੀ ਯਾਦ ਕਰਨ ਦਾ ਵਕਤ ਆ ਗਿਆ ਕਿ ਜੇ ਉਹਨਾਂ ਦੀਆਂ ਗੱਲਾਂ ਮੰਨ ਕੇ ਉਦੋਂ ਪੂਰਾ ਸਾਥ ਦਿੱਤਾ ਹੁੰਦਾ ਤਾਂ ਆਹ ਦਿਨ ਨਾ ਆਉਂਦੇ। ਪਰ ਹੁਣ ਵੀ ਮੈਂ ਕਹਿੰਦਾ ਵੀ ਇਹ ਤੇ ਡਟ ਕੇ ਸਾਨੂੰ ਦ੍ਰਿੜਤਾ ਨਾਲ ਜਿਹੜਾ ਪਹਿਰਾ ਦੇਣਾ ਚਾਹੀਦਾ ਹੈ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਅੱਜ ਤੋਂ ਸੈਂਕੜੇ ਵਰੇ ਪਹਿਲਾਂ ਕਿਸਾਨਾਂ ਦਾ ਮਾਮਲਾ ਅਕਬਰ ਨੂੰ ਕਹਿ ਕੇ ਮਾਫ ਕਰਵਾਇਆ ਤੇ ਸਾਨੂੰ ਸਾਰਿਆਂ ਨੂੰ ਡਟ ਕੇ, ਇਹ ਮਨੁੱਖਤਾ ਵਿਰੋਧੀ ਹੈ ਜੀ ਆਰਡੀਨੈਂਸ, ਇਹਦੇ ਖਿਲਾਫ ਡਟ ਕੇ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਜੀ। ਦੇਖੋ ਅਜੇ ਤਾਂ ਜੰਗ ਸ਼ੁਰੂ ਹੋਇਆ, ਅਜੇ ਲੜਾਈ ਸ਼ੁਰੂ ਹੋਈ ਆ, ਅੱਗੇ ਜਿਵੇਂ ਚੱਲੇਗਾ ਇਹ ਭਵਿੱਖ ਵਿੱਚ ਆਉਣ ਟਾਈਮ ਦੇ ਵਿੱਚ ਕੌਣ ਜਿੱਦਾਂ ਕੌਣ ਹਾਰਦਾ, ਪਰ ਅਸੀਂ ਇਹ ਜਿੱਤਣ ਵਾਸਤੇ ਖੜੇ ਆ, ਜਿੱਤਣ ਵਾਸਤੇ ਲੜ ਰਹੇ ਹਾਂ। ਤੁਹਾਡੇ ਸਾਹਮਣੇ ਇਹ ਜਿਹੜੇ ਆਰਡੀਨੈਂਸ ਨੇ ਇਹ ਕੀ ਇਸ਼ਾਰਾ ਕਰ ਰਹੇ ਨੇ? ਸਿੱਧਾ ਇਸ਼ਾਰਾ ਇਹ ਕਰ ਰਹੇ ਨੇ ਕਿ ਜ਼ਿਮੀਂਦਾਰ ਦੀ ਜਿਹੜੀ ਕਿਸਾਨ ਦੀ ਫਸਲ ਤੇ ਖਾਣੀ ਆ, ਇਹਨਾਂ ਕਿਸਾਨ ਦੀ ਪੈਸੇ ਵੀ ਖਾ ਜਾਣੀ ਆ, ਜ਼ਮੀਨ ਵੀ ਖਾ ਜਾਣੀ ਆ। ਇਹ ਕਾਰਪੋਰੇਟ ਘਰਾਣੇ ਜਿਨ੍ਹਾਂ ਨੇ ਮੋਦੀ ਨੂੰ ਕੁਰਸੀ ਬਖਸ਼ੀ ਹੈ, ਉਸੇ ਮੋਦੀ ਨੇ ਉਹਨਾਂ ਲੋਕਾਂ ਨੂੰ ਹੁਣ ਸਾਡੇ ਜ਼ਮੀਨਾਂ ਬਖਸ਼ਣੀਆਂ। ਬਹੁਤ ਹਰਕ ਸੀਗਾ ਕਿ ਨੌਜਵਾਨ ਹੀ ਜੁੜ ਰਿਹਾ ਧਰਨਿਆਂ ਦੇ ਨਾਲ, ਨੌਜਵਾਨ ਧਰਨਿਆਂ ਨਾਲ ਜੁੜ ਗਿਆ। ਤੁਹਾਨੂੰ ਲੱਗਦਾ ਕਿ ਇਹਨਾਂ ਦੇ ਨਾਲ ਸਰਕਾਰਾਂ ਤੇ ਅਸਰ ਪਊਗਾ? ਪਹਿਲਾਂ ਸਲੂਟ ਆ ਜਵਾਨੀ ਨੂੰ। ਜਦੋਂ ਜਵਾਨੀ ਜਾਗ ਪੈਂਦੀ ਆ, ਜਦੋਂ ਨੌਜਵਾਨ ਜਾਗ ਪੈਂਦਾ, ਉਦੋਂ ਕੋਈ ਵੀ ਯੁੱਧ ਜਿੱਤਣਾ ਨਾਮੁਮਕਿਨ ਨਹੀਂ ਹੁੰਦਾ। ਅੱਜ ਨੌਜਵਾਨ ਸਾਰਾ ਖੜ ਗਿਆ। ਦੇਖੋ 99% ਨੌਜਵਾਨ ਖੜ ਬੈਠਾ ਧਰਨੇ ਦੇ ਵਿੱਚ। ਔਰ ਇਹ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵੀ ਤਿੱਖਾ ਸੰਘਰਸ਼ ਹੋਊਗਾ ਔਰ ਕਿਸਾਨ ਇਹਨੂੰ ਜਿੱਤ ਕੇ ਹਟੂਗਾ। ਕੀ ਲੱਗਦਾ ਕੇਂਦਰ ਦੀ ਸਰਕਾਰ ਹਲੇ ਵੀ ਇਹ ਕਹਿ ਰਹੀ ਹੈ ਕਿ ਇਹ ਕਾਨੂੰਨ ਜਿਹੜੇ ਨੇ ਕਿਸਾਨਾਂ ਦੇ ਹਿੱਤ ਦੇ ਵਿੱਚ ਨੇ? ਉਹ ਕੇਂਦਰ ਨਹੀਂ ਕਹਿ ਰਿਹਾ, ਕੇਂਦਰ ਸਰਕਾਰ ਨਹੀਂ ਕਹਿ ਰਹੀ, ਜਿਨ੍ਹਾਂ ਨੇ ਉਹਨੂੰ ਪਾਇਆ ਉਹ ਲੋਕ ਕਹਿ ਰਹੇ ਆ। ਅਡਾਨੀਆਂ ਵਰਗੇ, ਅੰਬਾਨੀਆਂ ਵਰਗੇ ਉਹ ਲੋਕ ਕਹਿ ਰਹੇ ਆ। ਉਹ ਲੋਕ ਕਹਿ ਰਹੇ ਸਹੀ ਆ, ਉਹਨਾਂ ਨੂੰ ਸਹੀ ਲੱਗਦਾ। ਕਿਉਂ ਸਹੀ ਲੱਗਦਾ? ਕਿਉਂਕਿ ਸਾਡੀਆਂ ਜ਼ਮੀਨਾਂ ਕੱਲ੍ਹ ਨੂੰ ਉਹਨਾਂ ਕੋਲ ਜਾਣੀਆਂ, ਇਸ ਕਰਕੇ ਉਹ ਲੋਕ ਕਹਿ ਰਹੇ ਸਹੀ ਆ। ਲੇਕਿਨ ਮੁੱਖ ਦੀ ਗੱਲ ਹੈ ਕਿਸਾਨ ਖਤਮ ਹੋ ਜਾਣਾ। ਕਿਸਾਨ ਖਤਮ ਹੋ ਗਿਆ, ਸਭ ਕੁਝ ਖਤਮ ਹੋ ਜਾਣਾ। ਯੂਥ ਨੂੰ ਕੀ ਮੈਸੇਜ ਦੇਣਾ ਚਾਹੁੰਦੇ? ਯੂਥ ਨੂੰ ਸਲੂਟ ਆ, ਸਲਾਮ ਆ। ਜਿਸ ਤਰ੍ਹਾਂ ਇਕੱਠੇ ਹੋਏ ਆ, ਆਉਣ ਵਾਲੇ ਟਾਈਮ ਦੇ ਵਿੱਚ ਇਸ ਤਰ੍ਹਾਂ ਇਕੱਠੇ ਜਾਣ, ਫਿਰ ਅਸੀਂ ਕੁਝ ਨਾ ਕੁਝ ਲੈ ਕੇ ਦੇ ਪਾਵਾਂਗੇ। ਬਿਲਕੁਲ ਇਹ ਰੰਗ ਲਾਊਗਾ, ਕਿਉਂ ਨਹੀਂ ਲਾਊਗਾ? ਇਹ ਪੰਜਾਬ ਆ ਔਰ ਪੰਜਾਬ ਦੀ ਜਿਹੜੀ ਜੁਰਤ ਨੂੰ ਦੇਖ ਕੇ ਜਿਹੜੇ ਸੁੱਤੇ ਪਏ ਸਾਡੇ ਕਿਸਾਨ ਵੀਰ ਤੇ ਨੌਜਵਾਨ ਹਰਿਆਣੇ ਜਾਂ ਹੋਰ ਕਿਤੇ ਵੀ ਹੋਣਗੇ, ਉਹ ਜ਼ਰੂਰ ਇਸ ਮੈਸੇਜ ਨੂੰ ਪੜ੍ਹਨਗੇ ਔਰ ਸਮਝ ਜਾਣਗੇ। ਕਿਉਂਕਿ ਇਹ ਇਕੱਲਾ ਮਜ਼ਾਰਾ ਜਾਂ ਰੋਸ਼ ਹੀ ਨਾ ਸਮਝੋ, ਇਹ ਲੋਕਾਂ ਦੀ ਵੱਡੀ ਰਾਜਨੀਤਿਕ ਚੇਤਨਾ ਉਭਾਰਨ ਲਈ ਇੱਕ ਉਪਰਾਲਾ ਹੈ। ਔਰ ਜੋ ਇਸ਼ਾਰਾ ਪੰਜਾਬ ਨੇ ਅੱਜ ਲਿਆ
ਜੋ ਇਤਿਹਾਸ 25 ਤਰੀਕ ਨੂੰ ਐਡੇ ਵੱਡੇ ਰੋਸ਼ ਮੁਜ਼ਾਹਰੇ ਜਿੱਚ ਦੇ ਪੰਜਾਬ ਦਾ ਬੱਚਾ ਸ਼ਾਮਿਲ ਆ, ਅੱਜ ਪੂਰਾ ਪੰਜਾਬ ਸ਼ਾਮਿਲ ਆ, ਹਰ ਤਬਕਾ ਸ਼ਾਮਿਲ ਆ। ਉਹਨਾਂ ਨੇ ਇਤਿਹਾਸ ਰਚ ਕੇ ਦੱਸ ਦਿੱਤਾ ਆ ਕਿ ਜੇ ਅੱਜ ਦੀ ਤਰੀਕ ਦੇ ਵਿੱਚ ਜੋ ਦਿੱਲੀ ਦੀ ਸਰਕਾਰ ਆ, NDA ਦੀ ਸਰਕਾਰ ਆ, ਇਹਨਾਂ ਦੇ ਕਾਨੂੰਨ ਜੋ ਟ੍ਰੇਡ ਯੂਨੀਅਨ ਦੇ ਵਿਰੁੱਧ ਆ, ਮਜ਼ਦੂਰਾਂ ਦੇ ਵਿਰੁੱਧ ਪਾਸ ਹੋਇਆ, ਜੋ ਕਿਸਾਨਾਂ ਦੇ ਵਿਰੁੱਧ ਪਾਸ ਹੋਇਆ, ਜੇ ਅਸੀਂ ਉਹਨਾਂ ਦਾ ਮੁਕਾਬਲਾ ਕਰਨਾ ਤਾਂ ਫਿਰ ਉੱਠ ਖੜੇ ਹੋ। ਸਮੁੱਚਾ ਪੰਜਾਬ ਜਿਵੇਂ ਖੜਾ ਹੋਇਆ, ਹਰਿਆਣੇ, ਪੱਛਮੀ ਯੂਪੀ, ਕਰਨਾਟਕਾ, ਤਾਮਿਲਨਾਡੂ, ਰਾਜਸਥਾਨ, ਤੇਲੰਗਾਨਾ, ਮੱਧ ਪ੍ਰਦੇਸ਼, ਛੱਤੀਸਗੜ੍ਹ, ਸਭ ਨੂੰ ਜਿੱਥੇ ਵੀ ਇਸ ਦਾ ਸਿੱਧਾ ਅਸਰ ਮੰਡੀਕਰਨ ਦਾ ਹੋਣਾ ਆ, ਉਹਨਾਂ ਸਾਰਿਆਂ ਨੂੰ ਤੁਰੰਤ ਉੱਠਣਾ ਪਊਗਾ ਔਰ ਇਸ ਦਾ ਜਿਹੜਾ ਵਾਪਸੀ ਦਾ ਉਪਰਾਲਾ ਕਰਨਾ ਪਊਗਾ। ਦੇਖੋ, ਯੂਥ ਦਾ ਬਰੂਦ ਦਾ ਇਹ ਖਤਰਾ ਤੇ ਬਣਿਆ ਹੀ ਰਹਿੰਦਾ, ਪਰ ਕੋਈ ਵੀ ਲੜਾਈ ਅੱਜ ਦੀ ਤਰੀਕ ਦੇ ਵਿੱਚ ਬਿਨਾਂ ਬਰੂਦ ਤੋਂ ਜਿੱਤੀ ਨਹੀਂ ਜਾ ਸਕਦੀ। ਅਸੀਂ ਲਗਾਤਾਰ ਯੂਥ ਨੂੰ ਤੇ ਲੋਕਾਂ ਨੂੰ ਕਹਿ ਰਹੇ ਹਾਂ, ਮੀਡੀਆ ਰਾਹੀਂ ਵੀ ਕਹਿ ਰਹੇ ਹਾਂ, ਭਾਸ਼ਣਾਂ ਰਾਹੀਂ ਵੀ ਕਹਿ ਰਹੇ ਹਾਂ ਕਿ ਕਿਰਪਾ ਕਰਕੇ ਸ਼ਾਂਤਮਈ ਰਹਿਣਾ, ਕਿਉਂਕਿ ਜਿਸ ਦਿਨ ਵੀ ਤੁਸੀਂ ਕੋਈ ਕਿਸੇ ਕਿਸਮ ਦੀ ਵਾਇਲੈਂਸ ਕੀਤੀ, ਕੋਈ ਵੀ ਕਿਸੇ ਕਿਸਮ ਦਾ ਕੋਈ ਗਲਤ ਕੰਮ ਕੀਤਾ, ਇੱਟ ਪੱਥਰ ਕਿਸ ਕਿਸਮ ਦਾ ਵੀ, ਪੁਲਿਸ ਨੂੰ ਕੁੱਟਮਾਰ, ਅੱਗ ਲਾਉਣ ਦਾ ਕੰਮ ਕਰਤਾ, ਤਾਂ ਫਿਰ ਇਹ ਸਾਨੂੰ ਮਹਿੰਗਾ ਪਊਗਾ। ਅਸੀਂ ਆਪਣੇ ਲਕਸ਼ ਤੋਂ ਭਟਕ ਜਾਵਾਂਗੇ। ਇਸ ਲਈ ਇਹ ਬਹੁਤ ਜ਼ਰੂਰੀ ਹੈ, ਸਾਡਾ ਫਿਰ ਅਪੀਲ ਹੈ ਤੁਹਾਡੇ ਰਾਹੀਂ, ਤੁਹਾਡੇ ਮੀਡੀਆ ਰਾਹੀਂ, ਕਿ ਜਿੰਨੇ ਵੀ ਆਉਣ ਵਾਲੇ ਸਮੇਂ 'ਚ ਜਦੋਜਹਿਦ ਚੱਲੇ, ਸਟਰਗਲ ਚੱਲੇ, ਇਹ ਰੋਸ਼ ਹੋਣ, ਉਹ ਪੁਰਅਮਨ ਹੋਣੇ ਚਾਹੀਦੇ ਆ ਔਰ ਵੱਧ ਤੋਂ ਵੱਧ ਇੱਕ ਇਹਦੇ ਬਲਬੂਤੇ ਹੋਣੇ ਚਾਹੀਦੇ। ਨਤੀਜੇ ਉਹੀ ਹੋਣਗੇ ਜੋ ਅਸੀਂ ਚਾਹੁੰਦੇ ਆ। ਨਤੀਜੇ ਹਮੇਸ਼ਾ ਹੀ ਆਵਾਮ ਜੋ ਚਾਹੁੰਦਾ, ਹਾਂ ਥੋੜਾ ਲੇਟ ਹੁੰਦੇ ਆ, ਕਿਉਂਕਿ ਹਾਕਮ ਜਿਹੜੇ ਨੇ ਉਹਨਾਂ ਨੂੰ ਹਮੇਸ਼ਾ ਲੱਗਦਾ ਹੁੰਦਾ ਕਿ ਹੁਣ ਤਾਂ ਸਾਡੇ ਹੱਥ ਡੋਰਿਆ, ਸੀ ਜਿੱਦਾਂ ਦਾ ਮਰਜ਼ੀ ਕਾਨੂੰਨ ਬਣਾਈਏ, ਜਿੱਦਾਂ ਮਰਜ਼ੀ ਇਹਨਾਂ ਨੂੰ ਕਠਪੁਤਲੀ ਵਾਂਗੂ ਨਚਾਈਏ, ਪਰ ਉੱਦਾਂ ਹੋਣ ਨਹੀਂ ਲੱਗਾ। ਔਰ ਪੰਜਾਬ ਜਿਹੜਾ ਆ, ਪੰਜਾਬ ਤੇ ਪਹਿਲਾਂ ਹੀ ਨਹੀਂ ਕਿਸੇ ਦੇ ਪੂਰਨਿਆਂ ਤੇ ਅੱਜ ਤੱਕ ਚੱਲਿਆ। ਇੱਜ਼ਤ ਮਾਣ ਸਤਿਕਾਰ ਹਮੇਸ਼ਾ ਸਾਰਿਆਂ ਦਾ ਕੀਤਾ ਇਹਨੇ, ਪਰ ਪੰਜਾਬ ਨੇ ਹਮੇਸ਼ਾ ਕਦੀ ਦੱਬਿਆ ਨਹੀਂ ਕਿਸੇ ਤੋਂ, ਔਰ ਨਾ ਹੀ ਹੁਣ ਹੱਲੇ ਵੀ ਦੱਬਣਾ ਸੀ। ਅਸੀਂ ਭਗਤ ਸਿੰਘ ਦੇ ਵਾਰਸਾਂ ਸੀ, ਹਰੀ ਸਿੰਘ ਨਲੂਏ ਦੇ ਵਾਰਸਾਂ ਸੀ, ਜੱਸਾ ਸਿੰਘ ਰਾਮਗੜੀਏ ਦੇ ਵਾਰਸਾਂ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 4 ਸਾਹਿਬਜ਼ਾਦੇ ਸਿਰਫ ਕੌਮ ਦੀ ਖਾਤਰ ਵਾਰ ਦਿੱਤੇ, ਤੇ ਹੁਣ ਤੇ ਸਾਡੇ ਘਰੇ ਆ ਕੇ ਡਾਕਾ ਪੈਣ ਲੱਗਿਆ, ਅਸੀਂ ਕਿਵੇਂ ਚੁੱਪ ਰਹਿ ਜਾਾਂਗੇ। ਸੋ ਇਹ ਜਿਹੜੀ ਸੈਂਟਰ ਸਰਕਾਰ ਹੈ, ਇਹਨੂੰ ਅਸੀਂ ਫਿਲਹਾਲ ਤੇ ਅਪੀਲ ਕਰ ਰਹੇ ਹਾਂ, ਕਿਉਂਕਿ ਧਰਨੇ ਬੜੇ ਸ਼ਾਂਤਮਈ ਹੋ ਰਹੇ ਆ। ਜੇ ਕੱਲ ਨੂੰ ਸਾਨੂੰ ਦੂਸਰਾ ਜਿਹੜਾ ਕਹਿੰਦੇ ਹੁੰਦੇ ਉਂਗਲੀ ਟੇਢੀ ਕਰਨੀ ਪਈ, ਤਾਂ ਉਹ ਵੀ ਫਿਰ ਅਸੀਂ ਕਰਾਂਗੇ ਜੀ। ਹੁਣ ਸੜਕਾਂ ਉੱਤੇ ਧਰਨੇ ਲੱਗ ਗਏ, ਹੱਥ ਪੈਣਗੇ ਪੱਗਾਂ ਨੂੰ, ਹੁਣ ਨਾ ਜੱਟਾ ਦਬਾ ਕੇ ਬਹਿ ਜਾਈ ਸੀਨੇ ਬਲਦੀਆਂ ਅੱਗਾਂ ਨੂੰ। ਐਤਕੀ ਲਾਂਬੂ ਲਾ ਦੇਣਾ ਏ ਸਰਕਾਰੀ ਠੱਗਾਂ ਨੂੰ, ਬਣ ਕੇ ਸਾਧਨਾ ਸਰਨਾ ਏ ਹੁਣ ਦੌਰ ਚੱਲੇ ਬਦਮਾਸ਼ੀ ਦਾ। ਓਏ ਬਾਰ-ਬਾਰ ਇਹ ਯਾਦ ਕਰਾਉਂਦੇ ਸਾਨੂੰ ਦੌਰ 84 ਦਾ, ਬਾਰ-ਬਾਰ ਇਹ ਯਾਦ ਕਰਾਉਂਦੇ ਸਾਨੂੰ ਦੌਰ 84 ਦਾ। ਓਏ ਹਾਕਮ ਨੂੰ ਇਸ ਵਾਰੀ ਦੱਸਣਾ ਰਾਜ ਨਹੀਂ ਤੇਰੇ ਬਾਪੂ ਦਾ, ਪਤਾ ਲੱਗੂ ਜਦੋਂ ਦੋਹਾਂ ਪਾਸਿਓਂ ਫਿਰਿਆ ਖੰਡਾ ਲੜਾਕੂ ਦਾ। ਹੋ ਦਿੱਲੀ ਨੂੰ ਵੀ ਦੱਸ ਦੇਣਾ ਕਿ ਹੁੰਦਾ ਯੁੱਧ ਪਲਾਸੀ ਦਾ। ਓਏ ਬਾਰ-ਬਾਰ ਇਹ ਯਾਦ ਕਰਾਉਂਦੇ ਸਾਨੂੰ ਦੌਰ 84 ਦਾ। ਯੂਥ ਨੂੰ ਪਹਿਲਾਂ ਤੋਂ ਹੀ ਕਦਮ ਚੱਕਣੇ ਚਾਹੀਦੇ ਸੀ। ਕਲਾਕਾਰਾਂ ਦੇ ਪਿੱਛੇ ਲੜਦੇ ਆ, ਠੀਕ ਹੈ, ਕਲਾਕਾਰਾਂ ਨੂੰ ਤੁਸੀਂ ਪਿਆਰ ਕਰਦੇ ਹੋ, ਅਸੀਂ ਵੀ ਕਲਾਕਾਰ ਲੋਕ ਹਾਂ, ਅਸੀਂ ਹਮੇਸ਼ਾ ਚਾਹੁੰਦੇ ਹਾਂ ਕਿ ਸਾਨੂੰ ਮੁਹੱਬਤ ਮਿਲੇ, ਪਿਆਰ ਮਿਲੇ, ਪਰ ਉਸ ਤੋਂ ਪਹਿਲਾਂ ਤੁਸੀਂ ਆਪਣੇ ਮਾਂ-ਬਾਪ ਨੂੰ ਪਿਆਰ ਕਰੋ, ਆਪਣੀ ਮਾਤਰ ਭੂਮੀ ਨੂੰ ਪਿਆਰ ਕਰੋ, ਜਿੱਦਾਂ ਸਰਦਾਰ ਭਗਤ ਸਿੰਘ ਹੁਣਾਂ ਨੇ ਕੀਤਾ। ਉਸ ਤੋਂ ਪਹਿਲਾਂ ਤੁਸੀਂ ਆਪਣੇ ਆਪ ਨੂੰ ਪਿਆਰ ਕਰੋ, ਕਿਉਂਕਿ ਬਹੁਤ ਵੱਡਾ ਲਾਮਾ ਰਿਹਾ ਹਮੇਸ਼ਾ ਕਿ ਨਸ਼ਿਆਂ ਦੇ ਵਿੱਚ ਪੰਜਾਬ ਗੁਲਤਾਨ ਹੈ ਜੀ। ਉਹ ਇੱਕ ਉੜਤਾ ਪੰਜਾਬ ਫਿਲਮ ਵੀ ਬਣ ਗਈ ਉਸ ਟਾਈਮ ਜੀ, ਬਹੁਤ ਜੀ ਥਾਂ ਜਿਵੇਂ ਗੱਭਰੂ ਪਏ ਹੁੰਦੇ ਆ, ਠੀਕ ਹੈ। ਨਸ਼ਾ ਦੁਨੀਆ ਦੇ ਵਿੱਚ ਕੋਈ ਇਹੋ ਜਿਹਾ ਕੋਨਾ ਨਹੀਂ ਜਿੱਥੇ ਨਸ਼ਾ ਨਹੀਂ ਹੈਗਾ, ਪਰ ਪੰਜਾਬ ਨੂੰ ਸਕੀਮ ਦੇ ਨਾਲ ਬਦਨਾਮ ਕੀਤਾ ਗਿਆ ਤਾਂ ਜੋ ਇਸ ਪੰਜਾਬ ਦੇ ਵਿੱਚ ਕੋਈ ਬਾਹਰੋਂ ਵੱਡੀਆਂ ਕੰਪਨੀਆਂ ਆ ਕੇ ਇਨਵੈਸਟ ਨਾ ਕਰਨ। ਕੋਈ ਇਸ ਪੰਜਾਬ ਦੀ ਜਿਹੜੀ, ਅੱਛਾ ਤੁਸੀਂ ਦੇਖੋ ਕਿ ਅੱਜ ਤੋਂ 10-12 ਸਾਲ ਪਹਿਲਾਂ ਜ਼ਮੀਨ ਦੇ ਰੇਟ ਕਿੱਲੇ ਦਾ ਕਰੋੜ ਰੁਪਇਆ ਸੀ, ਅੱਜ ਉਹੀ ਕਿੱਲਾ 20 ਲੱਖ ਰੁਪਏ 'ਚ ਮਿਲਣ ਲੱਗ ਗਿਆ। ਸੋ ਇਹੀ ਤੇ ਪਾਲਿਸੀ ਹੈ ਸਰਕਾਰਾਂ ਦੀ ਕਿ ਕਮਰਸ਼ੀਅਲੀ ਜਾਂ ਫਾਈਨੈਂਸ਼ੀਅਲੀ ਜੱਟ ਨੂੰ, ਜ਼ਿਮੀਂਦਾਰ ਨੂੰ ਜਿੰਨਾ ਤੋੜਿਆ ਜਾਵੇ ਉਹਨਾਂ ਅਸੀਂ ਤੋੜੀਏ, ਔਰ ਉਹ ਤੋੜਨ ਤੋਂ ਬਾਅਦ ਫਿਰ ਇਹਨਾਂ ਦੀ ਜਿਹੜੀ ਡੋਰ ਆ ਉਹ ਸਾਡੇ ਹੱਥ ਆ ਜੂਗੀ, ਕਿਉਂਕਿ ਫਿਰ ਆਟਾ ਦਾਣਾ ਤੇ ਇਹਨਾਂ ਨੇ ਸਾਡੇ ਤੋਂ ਹੀ ਲੈਣਾ। ਸੋ ਉਹ ਆਟੇ ਦਾਣੇ ਦੇ ਚੱਕਰ 'ਚ ਅਸੀਂ ਵੋਟਾਂ ਲਵਾਂਗੇ ਤੇ ਇਹਨਾਂ ਦੇ ਹਰੇਕ 5 ਸਾਲ ਛਿੱਤਰ ਮਾਰਿਆ ਕਰਾਂਗੇ, ਲਾਸਟ ਦੇ 1 ਮਹੀਨਾ ਇਹਨਾਂ ਦੇ ਹੱਥ ਜੋੜਿਆ ਕਰਾਂਗੇ ਜਿਵੇਂ ਹੁੰਦਾ ਆਇਆ ਅੱਜ ਤੱਕ। ਸੋ ਯੂਥ ਖੜਾ ਇੱਧਰਲੇ ਪਾਸੇ, ਮੈਂ ਤਾਂ ਇਹੀ ਚਾਹਾਂਗਾ ਕਿ ਤੁਸੀਂ ਆਪਣੇ ਜਿਹੜੇ ਹੱਕ ਨੇ, ਆਪਣੀ ਵੋਟ ਦਾ ਹੱਕ ਹੈ ਉਹਨੂੰ ਪਛਾਣੋ। ਔਰ ਇਹ ਕੋਈ ਇੱਥੇ ਹੰਗਾਮਾ ਕਰਨੀ ਅਸੀਂ ਆਏ ਇੱਥੇ, ਜਿਵੇਂ ਕਹਿ ਲਓ ਹੁੱਲੜਬਾਜ਼ੀ ਨਹੀਂ ਕਰਨ ਆਏ, ਅਸੀਂ ਇੱਥੇ ਬਹੁਤ ਸੀਰੀਅਸ ਮੁੱਦੇ ਤੇ ਬੈਠੇ ਹੋਏ ਹਾਂ। ਅੱਜ ਬੇਰੁਜ਼ਗਾਰੀ ਇਸ ਕੰਟਰੀ ਦੇ ਵਿੱਚ ਮਤਲਬ ਸਾਰੇ ਹੱਦਾਂ ਬੰਨੇ ਟੱਪ ਗਈ ਹੈ। ਅੱਜ GDP ਥੱਲੇ ਡਿੱਗ ਗਈ ਹੈ। ਕਿਸਾਨੀ ਦੇ ਜਿਹੜੀਆਂ ਫਸਲਾਂ ਨੇ ਉਹਨਾਂ ਦੇ ਭਾਅ ਅੱਜ ਤੱਕ ਸਹੀ ਨਹੀਂ ਮਿਲੇ ਸਾਨੂੰ, ਤੇ ਉੱਤੋਂ ਇੱਕ ਹੋਰ ਡਾਕਾ।
ਸੋ ਮੈਂ ਹਰੇਕ ਇੰਟਰਵਿਊ ਦੇ ਵਿੱਚ ਕਿਹਾ ਵੀ ਅਸੀਂ ਵੱਟ ਤੇ ਨਹੀਂ ਚੜਨ ਦਿੰਦੇ, ਅਸੀਂ ਤੁਹਾਨੂੰ ਖੇਤਾਂ 'ਚ ਕਿਵੇਂ ਵੜਨ ਦਿਆਂਗੇ। ਮੈਨੂੰ ਤਾਂ ਖੁਸ਼ੀ ਹੋ ਰਹੀ ਹੈ ਕਿ ਸਾਡੇ ਨੌਜਵਾਨ ਪਹਿਲਾਂ ਮੈਂ ਦੇਖਿਆ ਸੀਗਾ ਕਿ ਨੌਜਵਾਨ ਨਹੀਂ ਆ ਰਹੇ ਸੀ ਧਰਨਿਆਂ ਵਿੱਚ, ਤੇ ਮੈਨੂੰ ਅੱਜ ਖੁਸ਼ੀ ਆ ਕਿ ਚਾਰੇ ਪਾਸੇ ਨੌਜਵਾਨਾਂ ਨੂੰ ਦੇਖ ਕੇ, ਕਿਉਂਕਿ ਨੌਜਵਾਨ ਐਸੀ ਪਾਵਰ ਆ, ਸਾਡੇ ਇੰਡੀਆ ਕੋਲੇ ਨੌਜਵਾਨੀ ਦੀ ਐਸੀ ਪਾਵਰ ਆ ਜਿਸ ਨਾਲ ਅਸੀਂ ਜਿੱਤ ਪ੍ਰਾਪਤ ਕਰ ਸਕਦੇ ਆ। ਤੇ ਮੈਨੂੰ ਖੁਸ਼ੀ ਆ ਕਿ ਸਾਰੇ ਨੌਜਵਾਨ ਆ, ਅਸੀਂ ਵੀ ਆ। ਤੇ ਮੈਂ ਕੋਈ ਅੱਜ ਵਾਰ-ਵਾਰ ਕਹਿਣਾ ਚਾਹੁੰਦਾ ਕਿ ਮੈਂ ਕੋਈ ਕਲਾਕਾਰ ਬਣ ਕੇ ਨਹੀਂ ਆਇਆ, ਕਿਉਂਕਿ ਗਾਣੇ ਤਾਂ ਪਿੱਛੇ ਵੀ ਜੋ ਚੱਲੇ ਗਾਈ ਜਾਂਦੇ ਆ ਹਨਾ, ਤਾਂ ਮੈਂ ਇੱਕ ਕਿਸਾਨ ਦਾ ਪੁੱਤ ਆ ਤੇ ਕਿਸਾਨ ਹੀ ਬਣ ਕੇ ਆਇਆ ਇੱਥੇ। ਤੇ ਪਹਿਲਾਂ ਮੈਂ ਖੁਦ ਅਸੀਂ ਖੇਤੀ ਕੀਤੀ ਆ, ਸਾਡੇ ਦਾਦੇ ਪੜਦਾਦਿਆਂ ਨੇ ਵੀ ਕੀਤੀ ਆ, ਤੇ ਹੁਣ ਵੀ ਅਸੀਂ ਖੇਤੀ ਕਰਦੇ ਹਾਂ। ਜੇ ਤੁਸੀਂ ਪਿੰਡ ਜਾ ਕੇ ਦੇਖੋ ਤਾਂ ਮੈਨੂੰ ਬੜੀ ਖੁਸ਼ੀ ਆ ਕਿ ਸਾਰੇ ਨੌਜਵਾਨ ਅਸੀਂ ਇਕੱਠੇ ਨੇ ਤੇ ਅਸੀਂ ਆਪਦੇ ਹੱਕ ਜਿਹੜੇ ਸਾਡੇ ਨੇ, ਜਿਹੜੀ ਸਾਡੀ ਜ਼ਮੀਨਾਂ ਖੁੱਸ ਰਹੀਆਂ, ਉਹ ਅਸੀਂ ਲੈ ਕੇ ਛੱਡਾਂਗੇ। ਆਰਡੀਨੈਂਸਾਂ 'ਚ ਨਜ਼ਰ ਕੀ ਆ ਰਿਹਾ ਤੁਹਾਨੂੰ ਸੱਜਣ? ਆਰਡੀਨੈਂਸ ਜੋ ਮੈਨੂੰ ਪਹਿਲਾਂ ਵਪਾਰਿਜ਼ਮ ਨਿਯਮ ਆ ਰਿਹਾ ਸਾਡਾ, ਜੋ ਸਿਸਟਮ ਵਿੱਚ ਖਤਮ ਕਰ ਰਹੇ ਨੇ, ਜੋ ਜਿਵੇਂ ਅਸੀਂ ਕੁਝ ਮੰਡੀਆਂ ਹਨਾ ਫਸਲਾਂ ਲੈ ਕੇ ਜਾਵਾਂਗੇ, ਜਦੋਂ ਫਸਲ ਆਉਂਦੀ ਆ ਹਨਾ ਉਦੋਂ ਉਹਦਾ ਮੁੱਲ ਘਟਾ ਦਿੱਤਾ ਜਾਂਦਾ, ਜਦੋਂ ਵਪਾਰਿਜ਼ਮ ਕੋਲ ਜਾਉੜੀ ਉਹੀ 2 ਮਹੀਨਿਆਂ ਬਾਅਦ ਫਸਲ ਦਾ ਮੁੱਲ ਚੱਕ ਦਿੱਤਾ ਜਾਂਦਾ। ਉਹ ਚੀਜ਼ ਸਭ ਤੋਂ ਵੱਡੀ ਸਾਡੀ ਤਰਾਸਦੀ ਆ। ਅਸੀਂ ਪੈਦਾ ਕਰਦੇ ਆ ਤਾਂ ਉਦੋਂ ਮੁੱਲ ਘੱਟ ਆ, ਜਦੋਂ ਵਪਾਰੀ ਵੇਚਦੇ ਆ ਉਹਨੂੰ ਉਦੋਂ ਮੁੱਲ ਵੱਧਦਾ। ਇਹ ਸਭ ਤੋਂ ਵੱਡਾ ਮੈਨੂੰ ਇਹ ਜਿਹੜੀ ਦੁੱਖ ਦੀ ਗੱਲ ਲੱਗਦੀ ਹੈ, ਜੋ ਇਹਦੇ ਵਿੱਚ ਨੁਕਸਾਨ ਆ। ਕੁਝ ਬੋਲਾਂ ਦੇ ਜ਼ਰੀਏ ਕੁਝ ਗੁਣਗੁਣਾ ਕੇ ਮੈਂ ਕੁਝ ਕਿਸਾਨੀ ਲਈ ਕੁਝ ਸ਼ਬਦ ਮੈਂ ਲਿਖੇ ਨੇ, ਮੈਂ ਦੇਖ ਕੇ ਤੁਹਾਨੂੰ ਜ਼ਰੂਰ ਸੁਣਾਉਂਗਾ ਉਹ। ਹੋ ਜਿਹੜੀ ਤੂੰ ਆਸ ਰੱਖੀਏ ਹੋਣੀ ਕਦੇ ਪੂਰੀ ਨਾ, ਮੋਹ ਨਾ ਤਾਂ ਜਾਣ ਦੇ ਦਈਏ ਸਈਏ ਕਦੇ ਘੂਰੀ ਨਾ। ਕਾਤੋਂ ਤੂੰ ਬੈਠੇ ਸਾਹਮਣੇ ਤੇ ਨਹੀਂ ਸੀ, ਕਾਤੋਂ ਤੂੰ ਛੇੜ ਲਿਆ, ਬੁਣਿਆ ਨਹੀਂ ਜਾਣਾ ਤੇ ਤਾਣਾ ਜਿਹੜਾ ਤੂੰ ਢੇੜ ਲਿਆ। ਕਹੀਏ ਤੇ ਕਸੀਏ ਛੱਡ ਲੈ ਤੇ ਗਾਂ ਹੱਥ ਖੜ ਜਾਾਂਗੇ, ਸੋਚੀ ਨਾ ਕਿਧਰੇ ਦਿਲੀਏ ਤੇਰੇ ਤੋਂ ਡਰ ਜਾਾਂਗੇ, ਸੋਚੀ ਨਾ ਕਿਧਰੇ ਦਿਲੀਏ ਤੇਰੇ ਤੋਂ ਡਰ ਜਾਾਂਗੇ। ਬਈ ਧਰਨੇ ਤੇ ਆਉਣਾ ਪੈ ਗਿਆ ਨਹੀਂ, ਇਹ ਸਾਡਾ ਫਰਜ਼ ਸੀ ਨੌਜਵਾਨਾਂ ਦਾ ਵੀ, ਸਾਡੀ ਡਿਊਟੀ ਸੀ। ਸਾਡੇ ਘਰਾਂ ਤੇ ਸਾਡੇ ਖੇਤਾਂ ਤੇ ਸਾਡੀਆਂ ਜ਼ਮੀਨਾਂ ਤੇ ਡਾਕਾ ਮਾਰਿਆ ਇਹਨਾਂ ਨੇ, ਬਿੱਲ ਪਾਸ ਕਰਤਾ ਪੰਜਾਬ ਤੋਂ ਬਿਨਾਂ ਪੁੱਛੇ, ਇੱਥੋਂ ਦੇ ਕਿਸਾਨਾਂ ਤੋਂ ਜਾਂ ਇੱਥੋਂ ਦੀਆਂ ਜਥੇਬੰਦੀਆਂ ਤੋਂ ਬਿਨਾਂ ਇਜਾਜ਼ਤ ਲਏ ਬਿੱਲ ਪਾਸ ਕਰਤਾ, ਡਾਕਾ ਮਾਰਿਆ ਸਾਡੇ ਖੇਤਾਂ ਤੇ ਸਾਡੀਆਂ ਜ਼ਮੀਨਾਂ ਤੇ। ਸੋ ਆਉਣਾ ਪੈ ਗਿਆ ਨਹੀਂ, ਇਹ ਆਉਣਾ ਪੈਣਾ ਸੀ ਸਾਨੂੰ, ਸਾਡੀ ਮਜਬੂਰੀ ਸੀ। ਸਾਡੇ ਘਰਾਂ ਤੇ ਡਾਕਾ ਪੈ ਗਿਆ ਤੇ ਅਸੀਂ ਇੱਥੇ ਖੜੇ ਹੋਵਾਂਗੇ। ਸੰਘਰਸ਼ ਜਾਰੀ ਹੈ ਤੇ ਇਹ ਇਦਾਂ ਵੱਧਦਾ ਹੀ ਰਹੂਗਾ। ਤੁਹਾਨੂੰ ਕੀ ਲੱਗਦਾ ਮੋਦੀ ਸਰਕਾਰ ਤਾਂ ਹਲੇ ਵੀ ਕਹਿੰਦੀ ਅਸੀਂ ਕਿਸਾਨ ਅਤੇ ਅਸੀਂ ਫੈਸਲਾ ਲਿਆ ਹੈ? ਬਾਈ ਮੋਦੀ ਸਰਕਾਰ ਤਾਂ ਪਹਿਲਾਂ ਨੋਟਬੰਦੀ ਵੇਲੇ ਬਹੁਤ ਕੁਝ ਕਹਿੰਦੀ ਸੀ, GST ਵੇਲੇ ਬਹੁਤ ਕੁਝ ਕਹਿੰਦੀ, ਕੀ ਹੋਇਆ, ਕੀ ਰਿਜ਼ਲਟ ਨਿਕਲ ਗਿਆ? ਦੇਸ਼ ਦੀ GST ਡਾਊਨ ਆ ਗਈ। ਮੋਦੀ ਸਰਕਾਰ ਨੇ ਜੋ ਕਿਹਾ ਅੱਜ ਤੱਕ ਕੀ ਸਹੀ ਕਿਹਾ? ਝੂਠ ਬੋਲਿਆ, ਲਾਰੇ ਲਾਏ ਆ ਤੇ ਧੋਖੇ ਕੀਤੇ ਆ। ਸੋ ਮੋਦੀ ਸਰਕਾਰ ਜੋ ਕਹਿੰਦੀ ਆ ਸਹੀ ਨਹੀਂ ਹੈਗਾ, ਇਹ ਬਿਲਕੁਲ ਗਲਤ ਕੀਤਾ ਬਿੱਲ ਜੋ ਪਾਸ ਕੀਤਾ ਹੈ। ਤੇ ਇਹ ਇੰਨਾ ਇਕੱਠ ਇੰਨਾ ਹੋਇਆ ਪੂਰੇ ਪੰਜਾਬ 'ਚ ਹੋ ਰਿਹਾ, ਬਾਰਡਰ ਤੇ ਹੋ ਰਿਹਾ, ਇਹ ਤੋਂ ਬਾਅਦ ਚੱਲਦਾ ਜਾਣਾ ਜਿੰਨਾ ਚਿਰ ਬਿੱਲ ਇਹ ਕੈਂਸਲ ਨਹੀਂ ਕਰਦੇ। ਤੁਹਾਨੂੰ ਕੀ ਲੱਗਦਾ ਬਹੁਤ ਸਾਰਾ ਨੌਜਵਾਨ ਅੱਜ ਤੁਹਾਡੇ ਕਰਕੇ ਕਲਾਕਾਰਾਂ ਕਰਕੇ ਇੱਥੇ ਪਹੁੰਚਿਆ ਜੀ, ਕੀ ਸੁਨੇਹਾ ਦਿੰਦੇ? ਮੈਂ ਸੁਨੇਹਾ ਹੀ ਦਿੰਦਾ ਬਈ, ਅਸੀਂ ਕਲਾਕਾਰ ਬਣ ਕੇ ਇੱਥੇ ਆਏ ਨਹੀਂ, ਸਾਰੇ ਕਲਾਕਾਰ ਇਕੱਠੇ ਹੋਏ ਆ, ਪਰ ਅਸੀਂ ਸਾਰੇ ਕਿਸਾਨੀ ਨਾਲ ਸੰਬੰਧਿਤ ਆ, ਪਿੰਡਾਂ ਨਾਲ ਸੰਬੰਧਿਤ ਆ। ਅਸੀਂ ਵੀ ਪਿੰਡਾਂ 'ਚੋਂ ਇਹਨਾਂ 'ਚੋਂ ਅਸੀਂ ਨਿਕਲੇ ਹੋਏ ਆ। ਸੋ ਜੇ ਸਾਡੇ ਕਰਕੇ ਆਇਆ ਤਾਂ ਅਸੀਂ ਇਹਨਾਂ ਨੂੰ ਇਹੀ ਗੱਲ ਕਹਿਣੀ ਚਾਹੁੰਦੇ ਆ ਕਿ ਆ ਫੋਟੋਆਂ ਦੇ ਚੱਕਰਾਂ 'ਚ, ਸੈਲਫੀਆਂ ਦੇ ਚੱਕਰਾਂ 'ਚ ਨਾ ਪੈਣ। ਸਾਡੇ ਨਾਲ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ, ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਨ ਇਹ ਜਿੰਨਾ ਚਿਰ ਇਹ ਬਿੱਲ ਪਾਸ ਨਹੀਂ ਹੁੰਦਾ, ਕਿਉਂਕਿ ਕਲਾਕਾਰੀ ਵੀ ਉਦੋਂ ਤੱਕ ਹੈ ਜੇ ਸਾਡੇ ਕੋਲ ਸਾਡੇ ਘਰ ਸਾਡੇ ਖੇਤ ਮਹਿਫੂਜ਼ ਨੇ, ਨਹੀਂ ਤਾਂ ਕਲਾਕਾਰੀ ਕੰਮ ਕਿਤੇ ਸਭ ਕੁਝ ਖਤਮ ਹੈ ਇੱਥੇ। ਨਤੀਜੇ ਤਾਂ ਇਹ ਪਤਾ ਅੱਜ ਦਿੱਲੀ ਦੇ ਦਰਬਾਰ ਤੇ ਘੰਟੀ ਤਾਂ ਖੜਕ ਗਈ, ਘੰਟੀ ਤਾਂ ਪਹਿਲਾਂ ਹੀ ਖੜਕ ਗਈ ਸੀ ਬਾਈ ਜੀ, ਘੰਟੀ ਤਾਂ ਉਦੋਂ ਖੜਕ ਗਈ ਸੀ ਜਿੱਦਣ ਮੋਦੀ ਸਾਹਿਬ ਪੰਜਾਬੀ 'ਚ ਟਵੀਟ ਕਰਨ ਲੱਗੇ ਸੀ। ਅੱਜ ਘੰਟੀ ਉਹ ਖੜਕੂਗੀ, ਇਹ ਗੋਡਿਆਂ ਤੇ ਆ ਜਾਣਗੇ ਹੁਣ ਆਉਣ ਵਾਲੇ ਸਮੇਂ 'ਚ। ਅੱਜ ਤਾਂ ਬਿਗਲ ਯੂਥ ਦਾ ਅਸਲੀ ਅੱਜ ਵੱਜਿਆ। ਕਿਦਾਂ ਦੇਖਦੇ ਨੌਜਵਾਨ ਬਹੁਤ ਸਾਰੇ ਨੌਜਵਾਨ ਤੁਹਾਡੇ ਕਲਾਕਾਰ ਇੱਥੇ ਪਹੁੰਚੇ ਨੇ, ਕੀ ਸੁਨੇਹਾ ਦਿੰਦੇ? ਅੱਜ ਸੁਨੇਹਾ ਇਹ ਹੈ, ਜੇ ਕਿਸਾਨੀ ਬਚੂ, ਨੌਜਵਾਨੀ ਬਚੂ, ਕਿਸਾਨੀ ਬਚੂ, ਕਲਾਕਾਰ ਬਚੂ, ਕਿਸਾਨੀ ਬਚੂ ਤਾਂ ਸਾਡੇ ਬਜ਼ੁਰਗਾਂ ਦੀਆਂ ਦਵਾਈਆਂ ਦਾਰੂ ਆਊਗਾ। ਜੇ ਕਿਸਾਨੀ ਨਾ ਬਚੀ ਤਾਂ ਪੰਜਾਬ ਨਹੀਂ ਬਚੂ। ਪਰ ਕਿਸਾਨੀ ਅਸੀਂ ਮਰਨ ਨਹੀਂ ਦਿੰਦੇ, ਬਚਾ ਕੇ ਰਵਾਂਗੇ ਤਾਂ ਹੱਕ ਲੈ ਕੇ ਰਵਾਂਗੇ, ਲੜਾਂਗੇ, ਮਰਾਂਗੇ, ਮਾਰਾਂਗੇ, ਕਿਸੇ ਵੀ ਹੱਦ ਤੱਕ ਜਾਵਾਂਗੇ। ਦੇਖੋ ਜੀ, ਧਰਨੇ ਲਾਉਂਦਿਆਂ ਨੂੰ ਲੰਬਾ ਸਮਾਂ ਸਾਡੇ ਬਥੇਰੀਆਂ ਮੂਵਮੈਂਟ ਚੱਲੀਆਂ, ਲਹਿਰਾਂ ਚੱਲੀਆਂ, ਧਰਨੇ ਲਾਏ ਅਸੀਂ, ਪਰ ਸਾਡੇ ਆਗੂ ਵੇਖ ਜਾਂਦੇ ਆ। ਜਦੋਂ ਲੋਕ ਤਾਂ ਬਹੁਤ ਜਜ਼ਬੇ ਨਾਲ ਆਉਂਦੇ ਆ ਇਕੱਠੇ ਹੋ ਕੇ, ਪਰ ਆਗੂ ਕੀ ਕਰਦੇ ਆ? ਉਹ ਡਰਾਇੰਗ ਰੂਮਾਂ 'ਚ ਜਾ ਕੇ, ਉਹ ਬੰਦ ਕਮਰਿਆਂ 'ਚ ਜਾ ਕੇ
ਫੈਸਲੇ ਲੈਂਦੇ ਆ ਉਹਨਾਂ ਸਾਰੀਆਂ ਲੋਕਾਂ ਲਈ, ਉਹ ਸੰਗਤ ਲਈ ਜਿਹੜਾ ਉਹ ਜਜ਼ਬਾ ਦਿਖਾਉਂਦੀਆਂ ਵੀ ਸਾਨੂੰ ਸਾਡੇ ਹੱਕ ਮਿਲਣ ਜਾਂ ਕੁਝ ਕਿਤੇ ਜ਼ੁਲਮ ਤੇ ਜ਼ਬਰ ਹੋ ਰਿਹਾ ਹੋਵੇ ਉਹਦੇ ਖਿਲਾਫ ਆਵਾਜ਼ ਉਠਾਉਂਦੀਆਂ। ਹੁਣ ਗੱਲ ਇਹ ਆ ਵੀ ਅਸੀਂ ਜਿਹੜੇ ਵੀ ਫੈਸਲੇ ਲੈਣੇ ਆ ਉਹ ਇੱਥੇ ਹੀ ਸੰਗਤ 'ਚ ਬੈਠ ਕੇ ਲਵਾਂਗੇ। ਅਸੀਂ ਡਰਾਇੰਗ ਰੂਮ ਵਾਲੇ ਬੰਦੇ ਨਹੀਂ ਆ, ਅਸੀਂ ਬਰਫੀਆਂ ਰਸਗੁੱਲਿਆਂ ਵਾਲੇ ਬੰਦੇ ਨਹੀਂ ਆ। ਇੱਥੇ ਹੀ ਆਓ, ਇੱਥੇ ਹੀ ਗੱਲ ਕਰੋ ਸਾਡੇ ਨਾਲ, ਇੱਥੇ ਹੀ ਫੈਸਲੇ ਲਓ। ਉਦੋਂ ਤੱਕ ਅਸੀਂ ਗੱਲ ਕਰਾਂਗੇ। ਇਸ ਕਰਕੇ ਇਸ ਤਰੀਕੇ ਦੀ ਰੈਲੀਆਂ ਹੋ ਰਹੀਆਂ, ਤੁਸੀਂ ਕਿੰਨਾ ਕੁ ਭਾਈ ਜੀ ਮੈਂ ਇੱਕ ਗੱਲ ਪੁੱਛਣਾ ਚਾਹਣਾ, ਚਲੋ ਉਹਨਾਂ ਦੀ ਗੱਲ ਮੰਨ ਲੈਂਦੇ ਆ ਵੀ ਕਨਫਿਊਜ਼ਨ ਕ੍ਰੀਏਟ ਕੀਤੀ ਜਾ ਰਹੀ ਹੈ ਹਨਾ, ਪਰ ਅਸੀਂ ਇੱਕ ਲੋਕਤੰਤਰ ਦਾ ਹਿੱਸਾ, ਠੀਕ ਹੈ। ਹੁਣ ਉਹਨਾਂ ਨੇ ਇੱਕ ਵਿਉਂਤ ਬਣਾਈ, ਉਹਨਾਂ ਨੇ ਇੱਕ ਪਾਲਿਸੀ ਦਿੱਤੀ, ਉਹਨੂੰ ਲਾਅ ਬਣਾਤਾ ਤੇ ਉਹ ਲੋਕਾਂ ਤੇ ਥੋਪਤਾ। ਲੋਕ ਕਹਿੰਦੇ ਅਸੀਂ ਖੁਸ਼ ਨਹੀਂ। ਤੁਸੀਂ ਗੱਲ ਤਾਂ ਕਰੋ, ਸੰਵਾਦ ਤਾਂ ਰਚੋ, ਲੋਕਾਂ ਦੇ ਵਿੱਚ ਆ ਕੇ ਲੋਕਾਂ ਨੂੰ ਸੰਬੋਧਨ ਤਾਂ ਕਰੋ, ਲੋਕਾਂ ਦੇ ਜਿਹੜੇ ਕੋਈ ਖਦਸ਼ੇ ਆ ਉਹਨਾਂ ਨੂੰ ਸੁਣੋ ਤਾਂ ਸਹੀ। ਬਿਲਕੁਲ ਹੋਣਾ ਚਾਹੀਦਾ, ਨਹੀਂ ਹੋਵੇਗਾ ਜੀ ਆਪਾਂ ਆਰ ਪਾਰ ਦੀ ਲੜਾਈ ਲੜਾਂਗੇ। ਔਰ ਸਾਨੂੰ 3-4 ਪ੍ਰੋਬਲਮਸ ਹੈਗੀਆਂ ਜਿਹੜੇ ਮੇਨ ਮੁੱਦੇ ਨੇ ਸਾਡੇ। ਇੱਕ ਹੈਗੇ MSP ਹੈ ਜਿਹੜਾ ਰਿਟਨ ਦੇ ਵਿੱਚ ਆਰਡੀਨੈਂਸ 'ਚ ਇਹਦਾ ਕੋਈ ਜ਼ਿਕਰ ਨਹੀਂ, ਸਿਰਫ ਸੋਸ਼ਲ ਮੀਡੀਆ ਤੇ PM ਸਾਹਿਬ ਨੇ ਪਾਇਆ, ਉਹ ਕੋਈ ਇੰਸ਼ੋਰੈਂਸ ਨਹੀਂ ਹੈਗੀ, ਸਾਨੂੰ ਲੀਗਲ ਇੰਸ਼ੋਰੈਂਸ ਚਾਹੀਦੀ ਹੈ। ਦੂਜੀ ਮੇਨ ਗੱਲ ਹੈ ਜਿਹੜਾ ਐਸੈਂਸ਼ੀਅਲ ਮੈਡਮੈਂਟ ਕਮੋਡਿਟੀ ਐਕਟ ਹੈ ਉਹਦੇ 'ਚ ਉਹਨਾਂ ਨੇ ਜਿਹੜੀ ਸਟਾਕ ਲਿਮਟ ਹੈ ਉਹ ਵਧਾ ਦਿੱਤੀ ਹੈ, ਉਹਦੇ ਨਾਲ ਕਾਲਾ ਬਾਜ਼ਾਰੀ ਵਧੇਗੀ ਔਰ ਵੱਡੀ ਕੰਪਨੀਆਂ ਆ ਕੇ ਇੱਕਦਮ ਰੇਟ ਜਦੋਂ ਮਰਜ਼ੀ ਚੱਕ ਦੇਣਗੀਆਂ, ਜਦੋਂ ਮਰਜ਼ੀ ਡਾਊਨ ਕਰ ਦੇਣਗੀਆਂ। ਕਾਰਪੋਰੇਟ ਦੇ ਹੱਥ ਦੇ ਵਿੱਚ ਸਾਡਾ ਸਿਸਟਮ ਚਲਾ ਜਾਊਗਾ। ਇੱਕ ਜਿਹੜੀ ਮੇਨ ਗੱਲ ਹੈ ਆੜਤੀ ਸਿਸਟਮ, ਉਹ ਹੌਲੀ ਖਤਮ ਹੋ ਜਾਊਗਾ, ਮੰਡੀਆਂ ਖਤਮ ਹੋ ਜਾਣਗੀਆਂ। ਨਾ ਤਾਂ ਗਵਰਨਮੈਂਟ ਕੋਲ ਕੋਈ ਡਾਟਾ ਹੋਣਾ ਕਿੰਨੀ ਕਣਕ ਜਾਂ ਆ ਰਹੀ ਹੈ, ਝੋਨਾ ਕਿੰਨਾ ਜਾ ਰਹੀ ਹੈ, ਕਿੱਦਾਂ ਪਾਲਿਸੀਜ਼ ਬਣ ਗਈਆਂ। ਔਰ ਜਿਹੜਾ ATM ਹੈ ਕਿਸਾਨਾਂ ਦਾ ਯਾਨੀ ਕਿ ਆੜਤੀ ਹੈ ਉਹ ਖਤਮ ਹੋ ਜਾਣਾ। ਦੁੱਖ ਸੁੱਖ ਦੇ ਵਿੱਚ 24 ਘੰਟੇ ਜਦੋਂ ਮਰਜ਼ੀ ਫੋਨ ਮਾਰ ਲੈਂਦੇ ਆੜਤੀਆਂ ਨੂੰ ਤੇ ਸਾਨੂੰ ਹੈਲਪ ਮਿਲਦੀ ਆ, ਉਹ ਖਤਮ ਹੋ ਜਾਣਾ। ਔਰ ਇਸ ਤਰੀਕੇ ਨਾਲ ਹੌਲੀ ਕਰਕੇ ਕਾਰਪੋਰੇਟ ਦੇ ਹੱਥ ਸਾਰਾ ਸਿਸਟਮ ਚਲਾ ਜਾਣਾ। ਉਹ ਜਾਊਗਾ ਸਿੱਧਾ ਓਨਲੀ SDM ਕੋਲ 30 ਦਿਨਾਂ ਦੇ ਅੰਦਰ। ਜੇ ਉਹ ਕੋਈ ਸੈਟੀਸਫਾਈ ਨਹੀਂ ਹੁੰਦਾ ਕਿਸਾਨ ਤਾਂ ਕੋਰਟ ਦੇ ਵਿੱਚ ਜਾਣ ਦਾ ਹੱਕ ਨਹੀਂ ਹੈ। 3-4 ਚੀਜ਼ਾਂ ਨੇ ਜਿਹੜੀਆਂ ਫਿਊਚਰ ਦੇ ਲਈ ਕਿਸਾਨਾਂ ਦੇ ਬਹੁਤ ਖਤਰਨਾਕ ਹੋ ਸਕਦਾ। ਮੈਂ ਤੁਹਾਨੂੰ ਹੁਣੇ ਦੱਸਿਆ ਕਿ 3-4 ਪੁਆਇੰਟਸ ਨੇ, ਇਹ ਕਲੀਅਰ ਨਹੀਂ ਹੋ ਪਾ ਰਹੇ, ਸਾਡਾ ਢਿੱਡ ਨਹੀਂ ਭਰਿਆ ਜਾ ਰਿਹਾ। ਤਾਂ ਇਹ ਸਾਨੂੰ ਲੀਗਲ ਇੰਸ਼ੋਰੈਂਸ ਇਹਨਾਂ ਚੀਜ਼ਾਂ ਦੀ ਚਾਹੀਦੀ ਹੈ, ਤਾਂ ਹੀ ਸੈਟੀਸਫਾਈ ਹੋਵਾਂਗੇ ਔਰ ਤਾਂ ਹੀ ਆਪਾਂ ਵਿਰੋਧ ਕਰਨੋਂ ਹਟਾਂਗੇ। ਬਿਲਕੁਲ ਬਾਈ, ਸਾਰੇ ਅਸੀਂ ਆਏ ਹੋਏ ਆ, ਸਾਡੇ ਨਾਲ ਜਿਹੜੇ ਸਾਡੇ ਅਰਗੀ ਨੇ ਸਾਰੇ ਭਰਾ ਸਾਰੇ। ਸੋ ਯੂਥ ਵੀ ਸੜਕਾਂ ਤੇ, ਅੱਜ ਸਾਡੇ ਮਾਂ-ਬਾਪ ਉਹ ਵੀ ਸੜਕਾਂ ਤੇ ਨੇ। ਸੋ ਸਾਰੇ ਜਣਿਆਂ ਨੂੰ ਬੇਨਤੀ ਕਰਦੇ ਆ ਵੀ ਵੱਧ ਤੋਂ ਵੱਧ ਚੜ ਕੇ ਹਿੱਸਾ ਲਈਏ ਤਾਂ ਕਿ ਸਾਡੀ ਜਿਹੜੀ ਆਵਾਜ਼ ਆ ਸਰਕਾਰਾਂ ਤੱਕ ਪਹੁੰਚ ਸਕੇ ਤੇ ਬਿੱਲ ਵਾਪਸ ਹੋ ਸਕੇ। ਫਿਰ ਡਿਕਟੇਟਰਸ਼ਿਪ ਆ ਨਾ ਇਹ ਤਾਂ, ਕਿਉਂਕਿ ਦੇਖੋ ਸਾਡੇ ਜਿਹੜਾ ਡੈਮੋਕ੍ਰੇਸੀ ਦੇ ਵਿੱਚ ਤਾਂ ਇਹ ਹੁੰਦਾ ਨਾ, ਜਿਹੜੀ ਆਪਣਾ ਪੰਜਾਬ ਹੋ ਗਿਆ, ਹਰਿਆਣਾ ਹੋ ਗਿਆ, ਜਿੱਥੇ ਕਿਸਾਨੀ ਦੇ ਸਿਰ ਤੇ ਇਕਨੋਮੀ ਖੜੀ ਆ। ਸੋ ਜੇ ਹੁਣ ਲੋਕ ਸੜਕਾਂ ਤੇ ਨੇ ਤਾਂ ਵਿਦਰੋਹ ਹੀ ਆ ਇਹ, ਤੇ ਸਮਝ ਲੈਣਾ ਚਾਹੀਦਾ ਸਰਕਾਰ ਨੂੰ। ਦੇਖੋ ਜੀ, ਜਦੋਂ ਇੱਕ ਸੰਘਰਸ਼ ਲਹਿਰ ਬਣ ਜਾਂਦੀ ਆ ਫਿਰ ਉਦੋਂ ਬਾਅਦ ਤਾਂ ਮੈਨੂੰ ਲੱਗਦਾ ਕੋਈ ਵੀ ਸਰਕਾਰ ਉਹਨੂੰ ਮੱਥਾ ਟੇਕਣਾ ਪੈਂਦਾ, ਮੂਹਰੇ ਉਹਦੇ ਮੱਥਾ ਵਾਪਸ ਲੈਣੇ ਪੈਂਦੇ ਨੇ ਆਪਦੇ ਬਿੱਲ। ਤੇ ਸਾਡੀ ਵੀ ਇਹੀ ਕੋਸ਼ਿਸ਼ ਆ ਸਾਰਿਆਂ ਦੀ। ਤੇ ਪਹਿਲੇ ਦਿਨ ਤੋਂ ਦੇਖੀ ਅੱਜ ਤੱਕ ਮੈਨੂੰ ਲੱਗਦਾ 70-80% ਯੂਥ ਹੈ ਜਿਹੜੀ ਸੜਕਾਂ ਤੇ ਆ ਚੁੱਕੀ ਆ, ਤੇ ਜਦੋਂ 100% ਆ ਜੂਗੀ ਫਿਰ ਥੰਮਣਾ ਨਹੀਂ ਇਹ ਤੂਫਾਨ। ਮਜਬੂਰੀ ਇਹ ਆ ਕਿ ਮੇਨ ਗੱਲ ਆ ਕਿ ਤੁਹਾਡੇ ਹੱਕ ਖੋਏ ਜਾਣਗੇ। ਜਿਹੜੀਆਂ ਚੀਜ਼ਾਂ ਉਹਨਾਂ ਨੇ ਲਾਗੂ ਕੀਤੀਆਂ ਨੇ ਉਹ ਇਹਦੇ ਰਹਿੰਦੇ ਵੀ ਲਾਗੂ ਕਰ ਸਕਦੇ ਨੇ, ਵੀ ਤੁਸੀਂ ਇੱਦਾਂ ਤੁਸੀਂ ਆਪਣਾ ਵੇਚ ਸਕਦੇ ਹੋ, ਕਿਤੇ ਵੀ ਜਾ ਕੇ ਵੇਚ ਸਕਦੇ ਹੋ, ਪਹਿਲਾਂ ਵੇਚ ਸਕਦੇ ਆਪਾਂ। ਉਹ ਗੁੰਮਰਾਹ ਕਰ ਰਹੇ ਨੇ ਕਿਤੇ ਨਾ ਕਿਤੇ ਜਾ ਕੇ ਕਈ ਚੀਜ਼ਾਂ ਨਾਲ। ਵੀ ਮੇਨ ਆ ਕਿ ਹੁਣ ਤੁਸੀਂ ਅੱਜ ਦਾ ਦਿਨ ਆ ਤਾਂ ਅੱਜ ਜਿਹੜਾ ਲਹਿਰ ਉੱਠੀ ਆ ਇਹ 'ਚ ਸਾਥ ਦਈਏ, ਤਾਂ ਨਾ ਕਿ ਅੱਜ ਤੋਂ 5 ਸਾਲ ਬਾਅਦ ਬਹਿ ਕੇ ਸੋਚੀਏ ਕਿ ਅਸੀਂ ਆਹ ਕਰ ਸਕਦੇ ਸੀ ਤੇ ਅੱਜ ਨਹੀਂ ਕਰ ਸਕੇ। ਤੇ ਜੇ ਅੱਜ ਮੌਕਾ ਮਿਲਿਆ ਤਾਂ ਅੱਜ ਆਪਾਂ ਨੂੰ ਸਾਂਭ ਲਈਏ। ਸੋ ਮੇਰੇ ਸਾਰਿਆਂ ਨੂੰ ਅਪੀਲ ਆ ਕਿ ਸਾਰੇ ਜਣੇ ਇਕੱਠੇ ਹੋਵੋ ਤੇ ਲਹਿਰ ਦਾ ਹਿੱਸਾ ਬਣੋ। ਧਰਨੇ ਇੱਕ ਮਜਬੂਰੀ ਬਣ ਗਈ ਸਾਡੀ। ਜਿਹੜੇ ਕਿਸਾਨ ਮਾਰੂ ਨੀਤੀਆਂ ਸਰਕਾਰ ਦੀਆਂ ਧੱਕੇ ਨਾਲ ਸਾਡੇ ਸਿਰ ਬਿੱਲ ਮੜੇ ਜਾ ਰਹੇ ਆ, ਤੇ ਆਪਾਂ ਕਿਸਾਨਾਂ ਨੂੰ ਨਹੀਂ, ਸਭ ਨੂੰ ਪਤਾ ਕਿ ਇਹ ਸਾਨੂੰ ਨੁਕਸਾਨ ਦੇਣਾ ਫਿਊਚਰ 'ਚ ਇਹਨਾਂ ਨੇ। ਅਸੀਂ ਉਹਦਾ ਵਿਰੋਧ ਕਰ ਰਹੇ ਆ, ਹਜੇ ਸ਼ਾਂਤਮਈ ਵਿਰੋਧ ਕਰ ਰਹੇ ਆ। ਜੇ ਇਦਾਂ ਗੱਲ ਬਣੂਗੀ ਤਾਂ ਬਣੂਗੀ, ਨਹੀਂ ਤੇ ਹੋਰ ਬੜੇ ਚਾਰੇ ਨੇ ਇਹ ਚੀਜ਼ਾਂ ਮਨਾਉਣ ਦੇ। ਆਪਾਂ ਨੂੰ ਮਤਲਬ ਬਾਰ-ਬਾਰ ਉਹ ਕੋਈ ਬੋਲਣ ਦੀ ਬਹੁਤੀ ਵੀ ਲੋੜ ਨਹੀਂ ਆ। ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਜਿਹੜੇ ਬਿੱਲ ਕੀਤੇ ਆ ਇਹ ਕਿਸਾਨ ਮਾਰੂ ਹੈਗੇ ਆ। ਜਿਹੜੇ ਜਿੱਦਾਂ MSP ਨੂੰ ਲਾ ਲਓ, ਜਿਹੜੇ ਪਹਿਲਾਂ ਇੱਕ ਪੱਕੇ ਫਿਕਸ ਰੇਟ ਹੁੰਦੇ ਸੀ ਸਾਡੀਆਂ ਫਸਲਾਂ ਦੇ, ਮੋਦੀ ਹੁਣ ਲਾਈਵ ਹੋ ਕੇ ਕਹਿੰਦਾ ਕਿ ਕੋਈ ਨੁਕਸਾਨ ਨਹੀਂ ਆ, ਕਿਸਾਨਾਂ ਦਾ ਫਾਇਦਾ ਹੋਣਾ। ਸਾਨੂੰ ਸ਼ਿਓਰਟੀ ਨਹੀਂ ਹੈਗੀ ਕਿ ਜਿਹੜਾ ਉਹ ਕਹਿੰਦਾ ਫਾਇਦਾ ਉਹ ਹੋਣਾ ਵੀ ਹੈ ਕਿ ਨਹੀਂ ਹੋਣਾ। ਸਾਨੂੰ ਉਹ ਸ਼ਿਓਰਟੀ, ਇਨਸਿਕਿਉਰਿਟੀ ਹੁੰਦੀ ਸਾਡੀ ਖੇਤੀ ਨੂੰ ਲੈ ਕੇ ਕਿ ਅਸੀਂ ਇੰਨੀਆਂ ਮਿਹਨਤਾਂ ਕਰਦੇ ਹਾਂ, ਉਹਦਾ ਮੁੱਲ ਪੈਣਾ ਗਾਂ ਫਿਊਚਰ 'ਚ ਕਿ ਨਹੀਂ ਪੈਣਾ। ਕਲਾਕਾਰ ਅਸੀਂ ਬਾਅਦ 'ਚ ਆ, ਸਾਡਾ ਪਹਿਲਾ ਜਿਹੜਾ ਧਰਮ ਕਿਸਾਨੀ ਆ, ਅਸੀਂ ਪਹਿਲਾਂ ਕਿਸਾਨ ਆ, ਸਾਡੇ ਪਿਓ ਦਾਦੇ ਕਿਸਾਨ ਆ। ਕਲਾਕਾਰੀ ਤੇ ਬਾਅਦ 'ਚ ਆਈ ਸਾਡੀ।
ਪਹਿਲਾਂ ਅਸੀਂ ਕਿਸਾਨ ਆ ਜੀ। ਬਿਲਕੁਲ ਲੱਗ ਗਈ ਹੈ ਜੀ। ਅਸੀਂ ਸਰਕਾਰ ਦੇ ਇਸ ਬਿੱਲ ਦਾ ਤਾਂ ਸਮਰਥਨ ਕਰਾਂਗੇ ਜੇ ਇਹ MSP ਪੱਕੀ ਕਰੇ। ਮੂੰਹ ਜ਼ਬਾਨੀ ਤਾਂ ਮੋਦੀ ਸਰਕਾਰ ਕਹਿੰਦੀ ਆ ਕਿ MSP ਨਹੀਂ ਤੋੜੀ ਜਾਊਗੀ, ਪਰ ਰਿਟਰਨ ਦੇ ਵਿੱਚ ਸਾਨੂੰ ਸ਼ੋਰਟੀ ਦੇ ਦੇ ਕਿ ਜਿਹੜੀ ਇਹਨਾਂ ਨੇ ਤੈਅ ਕੀਤੀ ਆ ਫਸਲ ਦਾ ਰੇਟ ਉਸ ਤੋਂ ਘੱਟ ਜਿਹੜੀ ਵੀ ਕੋਈ ਕੰਪਨੀ ਫਸਲ ਖਰੀਦੂਗੀ ਉਹਦੇ ਤੇ ਕਾਨੂੰਨੀ ਕਾਰਵਾਈ ਹੋਊਗੀ, ਨਾਲ ਉਹਦਾ ਲਾਇਸੈਂਸ ਕੈਂਸਲ ਹੋਊਗਾ। ਫਿਰ ਅਸੀਂ ਇਸ ਬਿੱਲ ਦਾ ਜਿਹੜਾ ਵਾ ਸਮਰਥਨ ਕਰਾਂਗੇ, ਨਹੀਂ ਤੇ ਅਸੀਂ ਇਹਦਾ ਵਿਰੋਧ ਕਰਾਂਗੇ, ਠੋਕ ਕੇ ਵਿਰੋਧ ਕਰਾਂਗੇ ਜੀ। ਪਤਾ ਕੀ ਆ, ਰਸੂਲ ਹਮਜ਼ਾ ਤੋਬ ਨੇ ਬੜਾ ਵਧੀਆ ਕਿਹਾ ਸੀ ਕਿ ਨੌਜਵਾਨਾਂ ਨੂੰ ਸਮੇਂ ਸਿਰ ਸਿਆਸਤ ਦੇ ਵਿੱਚ ਆ ਜਾਣਾ ਚਾਹੀਦਾ ਹੈ, ਨਹੀਂ ਤੇ ਸਾਡੇ ਤੇ ਗਲਤ ਲੋਕ ਰਾਜ ਕਰਨਗੇ। ਲਾਲ ਸਿੰਘ ਦਿਲ ਦੀ ਕਵਿਤਾ ਵਾ ਕਿ ਜੋ ਲੜਨਾ ਨਹੀਂ ਜਾਣਦੇ, ਜੋ ਲੜਨਾ ਨਹੀਂ ਚਾਹੁੰਦੇ, ਉਹ ਗੁਲਾਮ ਬਣਾ ਲਏ ਜਾਂਦੇ ਨੇ। ਅੱਜ ਜੇ ਯੂਥ ਇਕੱਠਾ ਹੋਇਆ ਵਾ, ਸਿੱਟੇ ਦਾ ਪਤਾ ਨਹੀਂ ਆ, ਅੱਜ ਆਪਣੇ ਜਿਉਂਦੇ ਹੋਣ ਦਾ ਸਬੂਤ ਦੇਣ ਲਈ ਇੱਥੇ ਇਕੱਠੇ ਹੋਏ ਆ, ਤੇ ਇਹ ਵੱਡੀ ਗੱਲ ਆ। ਸਿੱਟੇ ਜੋ ਵੀ ਨਿਕਲਣ, ਪਰ ਅੱਜ ਇਹ ਜਿਹਨੂੰ ਵੀ ਇਹ ਦਰਦ ਮਹਿਸੂਸ ਹੋਇਆ ਵਾ, ਉਹ ਆਪਣੇ ਜਿਉਂਦੇ ਹੋਣ ਦਾ ਸਬੂਤ ਦੇਣ ਲਈ ਧਰਨਿਆਂ ਤੇ ਪਹੁੰਚ ਰਹੇ ਨੇ। ਚਲੋ ਦੇਰ ਆਏ ਦੁਰਸਤ ਆਏ, ਯੂਥ ਉੱਠਿਆ ਤੇ ਹੈ ਨਾ। ਖਾਲਸਾ ਏਡ ਜਿਵੇਂ ਕਿ ਸਾਰੀ ਸੰਗਤ ਨੂੰ ਪਤਾ ਕਿ ਜਿੱਥੇ ਵੀ ਕਿਤੇ ਮਨੁੱਖ ਦੀ ਲੋੜ ਹੈ, ਕਿਤੇ ਵੀ ਕੋਈ ਜ਼ਰੂਰਤਮੰਦ ਹੁੰਦਾ ਹੈ, ਜੇ ਕਿਤੇ ਡਿਜ਼ਾਸਟਰ ਆਉਂਦਾ ਹੈ, ਕਿਤੇ ਕੋਈ ਇਕੱਠ ਦੇ ਵਿੱਚ ਸਾਡੀ ਲੋੜ ਪੈਂਦੀ ਹੈ, ਤਾਂ ਅਸੀਂ ਸੇਵਾ ਦਾ ਜਿਹੜਾ ਕਨਸੈਪਟ ਹੈ ਗੁਰੂ ਨਾਨਕ ਸਾਹਿਬ ਨੇ ਸਾਨੂੰ ਦਿੱਤਾ ਹੈ, ਸਰਬੱਤ ਦੇ ਭਲੇ ਦਾ, ਭਾਈ ਕਨ੍ਹਈਆ ਜੀ ਦਾ ਮਿਸ਼ਨ ਹੈ ਜਿਹੜਾ ਅਸੀਂ ਉਹ ਖਾਲਸਾ ਏਡ ਅੱਗੇ ਲੈ ਕੇ ਤੁਰੀ ਹੋਈ ਹੈ। ਅਸੀਂ ਉਸ ਤਹਿਤ ਸਾਡਾ ਜਿਹੜਾ ਸੇਵਾ ਦਾ ਰੋਲ ਹੈ ਜੀ, ਅਸੀਂ ਸੇਵਾਦਾਰ ਆ ਅਸੀਂ, ਕਿਉਂਕਿ ਕਿਸਾਨ ਸਾਰਿਆਂ ਦਾ ਢਿੱਡ ਭਰਦਾ ਜੀ। ਅੱਜ ਕਿਸਾਨ ਸੜਕਾਂ ਤੇ ਬੈਠਾ ਤੇ ਸਾਡਾ ਫਰਜ਼ ਬਣਦਾ ਕਿ ਇੱਥੇ ਕਿਸਾਨ ਨੂੰ ਬੈਠੇ ਨੂੰ ਕਿਸੇ ਤਰ੍ਹਾਂ ਦੀ ਕੋਈ ਤਕਲੀਫ ਨਾ ਹੋਵੇ। ਅਸੀਂ ਉਹਨਾਂ ਲਈ ਖਾਣ ਪੀਣ ਦਾ ਪ੍ਰਬੰਧ, ਲੰਗਰ ਦਾ ਪ੍ਰਬੰਧ ਲੈ ਕਰਕੇ ਆਏ। ਅਸੀਂ ਜੀ ਗਰਮੀ ਕਰਕੇ ਪਾਣੀ, ਕੇਲਿਆਂ ਦਾ ਪ੍ਰਬੰਧ ਹੈ ਜੀ। ਤੁਹਾਨੂੰ ਕੀ ਲੱਗਦਾ ਕਿ ਇਸ ਸੰਘਰਸ਼ ਖਾਲਸਾ ਏਡ ਕਿਸ ਨਜ਼ਰੀਏ ਦਾ ਦੇਖੀ ਆ, ਕਿਉਂਕਿ ਕਿਸਾਨ ਸੜਕਾਂ ਤੇ ਨਹੀਂ? ਦੇਖੋ ਜੀ, ਇਹ ਨਜ਼ਰੀਆ ਤਾਂ ਸਿਆਸਤਦਾਨਾਂ ਜਾਂ ਸਰਕਾਰਾਂ ਦਾ ਜਾਂ ਲੀਡਰਾਂ ਦਾ ਹੁੰਦਾ। ਸਾਡਾ ਇੱਕੋ ਹੀ ਨਜ਼ਰੀਆ ਜੀ, ਮਨੁੱਖਤਾ ਦਾ ਤੇ ਸੇਵਾ ਦਾ। ਅਸੀਂ ਉਹ ਸੇਵਾ ਦੇ ਨਜ਼ਰੀਆ। ਇਸ ਵਕਤ ਅਸੀਂ ਸ਼ੰਭੂ ਬਾਰਡਰ ਤੇ ਖੜੇ ਹਾਂ, ਲਗਾਤਾਰ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ। ਇੱਕ ਇੱਧਰ ਦੀ ਤਸਵੀਰ ਦਿਖਾ ਦਈਏ, ਗੱਡੀਆਂ ਦਾ ਰਾਹ ਰੋਕਿਆ ਗਿਆ, ਪਿੱਛੇ ਤੱਕ ਤੁਸੀਂ ਦੇਖ ਸਕਦੇ ਹੋ ਟ੍ਰੈਫਿਕ ਲੱਗ ਗਿਆ ਤੇ ਸਾਫ਼ ਤੌਰ ਤੇ ਕਿਸਾਨਾਂ ਨੇ ਆਪਣੀ ਆਵਾਜ਼ ਦੱਸ ਦਿੱਤੀ ਹੈ। ਇੱਕ ਪਾਸਿਓਂ ਦੀ ਰਾਹ ਵੀ ਰੱਖਿਆ ਗਿਆ ਕਿ ਜੇ ਕੋਈ ਐਮਰਜੈਂਸੀ ਗੱਡੀ ਲੰਘਣੀ ਹੈ, ਜੇ ਕੋਈ ਐਂਬੂਲੈਂਸ ਆ ਜਾਂਦੀ ਹੈ ਤਾਂ ਉਸ ਦੇ ਲਈ ਰਾਹ ਵੀ ਰੱਖਿਆ ਗਿਆ, ਪਰ ਬਾਕੀ ਸਾਰਾ ਟ੍ਰੈਫਿਕ ਜਾਮ ਕਰ ਦਿੱਤਾ ਗਿਆ। ਕਿਸਾਨਾਂ ਨੇ ਸਾਫ਼ ਤੌਰ ਤੇ ਅੱਜ ਕਹਿ ਦਿੱਤਾ ਹੈ ਕਿ ਜਿੰਨਾ ਚੱਕਰ ਕੇਂਦਰ ਸਾਡੀਆਂ ਆਵਾਜ਼ ਨਹੀਂ ਸੁਣਦੀ, ਸਾਡੇ ਉੱਪਰ ਥੋਪੇ ਜਾ ਰਹੇ ਕਾਲੇ ਕਾਨੂੰਨ ਵਾਪਸ ਨਹੀਂ ਲੈਂਦੀ, ਉਹਨਾਂ ਚਿਰ ਸੰਘਰਸ਼ ਜਾਰੀ ਰਹੇਗਾ। ਤੁਸੀਂ ਦੇਖ ਸਕਦੇ ਹੋ ਕਿ ਹਾਲੇ ਵੀ ਲਗਾਤਾਰ ਨੌਜਵਾਨ ਜਿਹੜੇ ਨੇ ਉਹ ਵੱਡੀ ਗਿਣਤੀ ਦੇ ਵਿੱਚ ਇਸ ਸ਼ੰਭੂ ਬੈਰੀਅਰ ਤੇ ਪਹੁੰਚ ਰਹੇ ਨੇ। ਤੇ ਦੂਜੇ ਪਾਸੇ ਜੇ ਮੈਂ ਆਪਣਾ ਕੈਮਰਾਮੈਨ ਨੂੰ ਕਹਾਂ, ਤੁਸੀਂ ਦੇਖ ਸਕਦੇ ਹੋ ਨਾਲ ਦੀ ਨਾਲ ਲੰਗਰਾਂ ਦੇ ਪ੍ਰਬੰਧ ਵੀ ਕੀਤੇ ਜਾ ਰਹੇ ਨੇ ਵੱਡੀ ਗਿਣਤੀ ਦੇ ਵਿੱਚ। ਹਰੇਕ ਜਥੇਬੰਦੀ ਇੱਥੇ ਕੋਸ਼ਿਸ਼ ਕਰ ਰਹੀ ਹੈ, ਕਿਸਾਨ ਜਥੇਬੰਦੀਆਂ, ਸੰਘਰਸ਼ ਕਮੇਟੀਆਂ ਆਪਣੇ ਵੱਲੋਂ ਕੋਸ਼ਿਸ਼ ਕਰ ਰਹੀਆਂ ਨੇ ਕਿ ਇਸ ਧਰਨੇ ਨੂੰ ਕਾਮਯਾਬ ਬਣਾਉਣ ਦੇ ਵਿੱਚ ਪੂਰੀ ਤਨਦੇਹੀ ਨਿਭਾਈ ਜਾਵੇ। ਤੇ ਨਾਲ ਦੀ ਨਾਲ ਕੈਮਰਾਮੈਨ ਨੂੰ ਕਹੂੰਗਾ ਕਿ ਦੂਜੇ ਪਾਸੇ ਜੇ ਤਸਵੀਰ ਦਿਖਾ ਸਕਦੇ ਹਾਂ ਅਸੀਂ ਇੱਥੋਂ, ਤਾਂ ਤੁਸੀਂ ਦੇਖ ਸਕਦੇ ਹੋ ਜਿਹੜਾ ਹਰਿਆਣੇ ਨੂੰ ਜਾਂਦਾ ਜਿਹੜਾ ਬਾਰਡਰ ਹੈਗਾ ਉਹ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ। ਆਬਾਦੀ ਵੱਡੀ ਗਿਣਤੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ, ਕਿੱਡੀ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਜਿਹੜੇ ਨੇ ਇੱਥੇ ਪਹੁੰਚ ਚੁੱਕੇ ਨੇ। ਲਗਾਤਾਰ ਚੱਲ ਰਹੀ ਹੈ, ਬਹੁਤ ਸਾਰੇ ਕਲਾਕਾਰ ਪੰਜਾਬੀ ਸੰਗੀਤ ਜਗਤ ਦੇ ਜੁੜੇ ਹੋਏ ਉਹ ਵੀ ਅੱਜ ਸਮਰਥਨ ਦੇਣ ਪਹੁੰਚੇ ਨੇ। ਸਾਫ਼ ਤੌਰ ਤੇ ਕਿਹਾ ਜਾ ਰਿਹਾ ਕਿ ਇਹ ਦੂਰ ਨਿਰੋਲ ਕਿਸਾਨਾਂ ਦਾ ਧਰਨਾ, ਕਿਸਾਨਾਂ ਦੇ ਹੱਕ ਦੇ ਵਿੱਚ ਧਰਨਾ, ਯੂਥ ਇਕੱਠਾ ਹੋ ਗਿਆ, ਯੂਥ ਲਗਾਤਾਰ ਗੱਡੀਆਂ ਮੋਟਰਸਾਈਕਲਾਂ ਤੇ ਪਹੁੰਚਿਆ ਹੋਇਆ ਤੇ ਸਾਫ਼ ਤੌਰ ਤੇ ਮੰਗ ਕੀਤੀ ਜਾ ਰਹੀ ਹੈ ਕਿ ਜੇ ਹੁਣ ਵੀ ਸਰਕਾਰ ਨਾ ਜਾਗੀ ਤਾਂ ਸੰਘਰਸ਼ ਹੋਰ ਤਿੱਖੇ ਹੋਣਗੇ ਤੇ ਸਰਕਾਰ ਨੂੰ ਆਪਣੇ ਲਏ ਹੋਏ ਫੈਸਲੇ ਜਿੰਨੇ ਚਿਰ ਉਹ ਵਾਪਸ ਨਹੀਂ ਲੈਂਦੀ ਉਹਦੇ ਨਤੀਜੇ ਭੁਗਤਣੇ ਪੈਣਗੇ। ਤੋਂ ਤਮਾਮ ਖਬਰਾਂ, ਤਮਾਮ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਕਿਸਾਨ ਲਗਾਤਾਰ ਇੱਥੇ ਪਹੁੰਚ ਰਹੇ ਨੇ ਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਰਕਾਰਾਂ ਦੇ ਕੰਨਾਂ ਤੱਕ ਅੱਜ 25 ਤਰੀਕ ਦੇ ਦਿਨ ਇਤਿਹਾਸ ਲਿਖਿਆ ਜਾਵੇ, ਉਹਨਾਂ ਦੇ ਕੰਨਾਂ ਦੇ ਵਿੱਚ ਆਵਾਜ਼ ਪਹੁੰਚਾਈ ਜਾਵੇ ਕਿ ਅੱਜ ਅਸੀਂ ਜਾਗ ਚੁੱਕੇ ਹਾਂ, ਅਸੀਂ ਆਪਣੇ ਹੱਕਾਂ ਦੇ ਲਈ ਖੜੇ ਹਾਂ। ਜੇ ਸਾਡੀ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ, ਕਾਲੇ ਕਾਨੂੰਨ ਵਾਪਸ ਨਾ ਲਏ, ਤਾਂ ਇਸੇ ਤਰ੍ਹਾਂ ਇਹ ਸੰਘਰਸ਼ ਹੁਣ ਪੰਜਾਬ ਦੇ ਵਿੱਚ ਦਿਨ ਪ੍ਰਤੀ ਦਿਨ ਵਧਦਾ ਜਾਵੇਗਾ। ਅਤੇ ਇਸੇ ਤਰੀਕੇ ਦੇ ਨਾਲ ਬਹੁਤ ਸਾਰੇ ਨੌਜਵਾਨ ਤੁਸੀਂ ਦੇਖ ਸਕਦੇ ਹੋ ਇੱਥੇ ਲਗਾਤਾਰ ਪਹੁੰਚ ਰਹੇ ਨੇ, ਵੱਡੀ ਗਿਣਤੀ ਦੇ ਵਿੱਚ ਸੰਗਠਨ ਲੈ ਕੇ ਪਹੁੰਚ ਰਹੇ ਨੇ। ਕਿਸਾਨਾਂ ਦੇ ਹੱਕ ਦੇ ਨਾਰੇ, ਸਰਕਾਰ ਦੇ ਵਿਰੋਧੀ ਨਾਰੇ ਲਗਾਤਾਰ ਲਗਾਏ ਜਾ ਰਹੇ ਨੇ। ਸੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ, ਹੋਰ ਵੀ ਦਿਖਾਵਾਂਗੇ, ਬਹੁਤ ਸਾਰੇ ਕਲਾਕਾਰਾਂ ਦੇ ਨਾਲ ਗੱਲਬਾਤ ਵੀ ਕਰਾਂਗੇ। ਯੂਥ ਲਗਾਤਾਰ ਪਹੁੰਚ ਰਿਹਾ ਧਰਨੇ ਦੇ ਵਿੱਚ। ਸਾਫ਼ ਤੌਰ ਤੇ ਜਦੋਂ ਯੂਥ ਜਿਹੜਾ, ਨੌਜਵਾਨ ਜਿਹੜੇ ਨੇ ਉਹ ਜਦੋਂ ਧਰਨਿਆਂ ਦੇ ਰੂਪ ਦੇ ਵਿੱਚ ਆਉਂਦੇ ਨੇ ਤਾਂ ਕ੍ਰਾਂਤੀ ਜ਼ਰੂਰ ਆਉਂਦੀ ਹੈ। ਤੇ ਅੱਜ ਇਹ ਕ੍ਰਾਂਤੀ ਤੁਸੀਂ ਆਪਣੇ ਇਸ ਟੀਵੀ ਸਕਰੀਨ ਦੇ ਜ਼ਰੀਏ ਦੇਖ ਸਕਦੇ ਹੋ। ਉਮੀਦ ਕਰਦੇ ਹਾਂ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਧਰਨੇ ਦੀ ਲਗਾਤਾਰ ਅਪਡੇਟ ਤੁਹਾਨੂੰ ਦਈਏ ਕਿ ਇਸ ਵੇਲੇ ਯੂਥ ਜਾਗ ਚੁੱਕਾ ਹੈ। ਜਿਹੜਾ ਵੀ ਯੂਥ ਘਰਾਂ ਦੇ ਵਿੱਚ ਬੈਠਾ, ਜੇ ਉਹਨੂੰ ਹਾਲੇ ਵੀ ਲੱਗਦਾ ਕਿ ਘਰ ਬੈਠ ਕੇ ਸਰ ਜਾਵੇਗਾ, ਤਾਂ ਮੈਨੂੰ ਲੱਗਦਾ ਕਿ ਉਹਨੂੰ ਥੋੜਾ ਸਮਝ ਲੈਣਾ ਚਾਹੀਦਾ ਕਿ ਇਸ ਵਕਤ ਕਿਸਾਨਾਂ ਦੇ ਹੱਕਾਂ ਤੇ ਡਾਕਾ ਵੱਜ ਰਿਹਾ। ਸਾਰੇ ਜਿੰਨੇ ਵੀ ਆਗੂ ਇੱਥੇ ਪਹੁੰਚੇ ਨੇ ਸਾਫ਼ ਤੌਰ ਤੇ ਇਹੀ ਕਹਿ ਰਹੇ ਨੇ ਕਿ ਕਿਸਾਨਾਂ ਦੇ ਹੱਕਾਂ ਤੇ ਡਾਕਾ ਵੱਜ ਰਿਹਾ। ਜੇ ਅੱਜ ਇਹ ਡਾਕਾ ਨਾ ਰੁਕਿਆ ਤਾਂ ਇਸ ਦੇ ਨਤੀਜੇ ਜਿਹੜੇ ਨੇ ਪੰਜਾਬ ਦੇ ਲਈ ਭਿਆਨਕ ਹੋਣਗੇ। ਪੰਜਾਬ ਅਪਾਹਜ ਹੋ ਜਾਊਗਾ, ਸਿੱਧੇ ਤੌਰ ਤੇ ਕੇਂਦਰ ਤੇ ਨਿਰਭਰ ਹੋ ਜਾਊਗਾ। ਫਿਲਹਾਲ ਦੇਖਦੇ ਹਾਂ ਕਿ ਇਹ ਧਰਨੇ ਕਦੋਂ ਸਿੱਟਿਆਂ ਵੱਲ ਪਹੁੰਚਦੇ ਨੇ। ਸਹਿਯੋਗੀ ਸੁਰਿੰਦਰ ਦੇ ਨਾਲ ਹਰਦੀਪ ਸਿੰਘ, ਸਪੋਕਸਮੈਨ ਟੀਵੀ, ਸ਼ੰਭੂ ਬਾਰਡਰ।